ਡੰਡੋਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਨਾਉ ਪ੍ਰਭਾਤੇ ਸ਼ਬਦ ਧਿਆਈਏ। ਛੋਡੋ ਦੁਨੀ ਪਰੀਤਾ ਪਰਮੰਤ ਨਾਨਕ ਦਾਸਨ ਦਾਸਾ। ਜਗ ਹਾਰਿਆ ਤਿਨ ਜੀਤਾ ਪਿਛਲ ਰਾਤੀ ਸੱਦੜਾ। ਨਾਮ ਖਸਮ ਕਾ ਲੇਹੋ ਖੇਮੇ ਸਤਰ ਸਰਾਇ ਚੇ ਦੀਸਣ ਰਥ ਪੀੜੇ। ਜਿਨੀ ਤੇਰਾ ਨਾਮ ਧਿਆਇਆ ਜਿਨੀ ਤੇਰਾ ਨਾਮ ਧਿਆਇਆ। ਤਿਨ ਕੋ ਸਦ ਮਿਲੇ ਗੁਰ ਸਿੱਖ ਪਲ ਕੇ ਉਠ ਕਰ। ਅੰਮ੍ਰਿਤ ਵੇਲੇ ਸਰਣ ਵੰਦਾ ਗੁਰ ਕੇ ਬਚਨ ਉਚਾਰ ਕੇ। ਧਰਮਸਾਲ ਦੀ ਸੁਰਤ ਕਰੰਦਾ ਸਾਧ ਸੰਗਤ ਵਿੱਚ ਜਾਏ ਕੈ। ਗੁਰਬਾਣੀ ਦੇ ਪ੍ਰੀਤ ਸੁਣੰਦਾ ਸ਼ੰਕਾ ਮਨੋ ਮਟਾਏ ਕੈ। ਗੁਰ ਸਿੱਖਾਂ ਦੀ ਸੇਵ ਕਰੰਦਾ ਕਿਰਤ ਬਿਰਤ ਕਰ ਧਰਮ ਦੀ। ਲੈ ਪ੍ਰਸ਼ਾਦ ਆਣ ਵਰਤੰਦਾ ਗੁਰ ਸਿੱਖਾਂ ਨੂੰ ਦੇ ਕਰ। ਪਿਛਿਓਂ ਬਚਿਆ ਭੁਖਵੰਦਾ ਕਲੀ ਕਾਲ ਪ੍ਰਗਾਸ ਕਰ। ਗੁਰ ਚੇਲਾ ਚੇਲਾ ਗੁਰ ਸੰਦਾ ਗੁਰਮੁਖ ਗਾਡੀ ਰਾਹ ਚਲੰਦਾ। ਬਲਿਹਾਰੀ ਤਿਨਾ ਗੁਰ ਸਿੱਖਾਂ ਪਿਛਲ ਰਾਤੀ ਉਠ ਬਹੰਦੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਜਿਹੜੀ ਲੜੀ ਆਰੰਭ ਕੀਤੀ ਹੈ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਗਾਥਾ। ਉਹਦੇ ਸੰਬੰਧ ਵਿੱਚ ਪਿਛਲੇ ਆਪਾਂ ਸ਼ੁੱਕਰਵਾਰ ਜ਼ਿਕਰ ਕੀਤਾ ਸੀ ਵੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਇੱਕ ਸਿੱਖ ਆਉਂਦਾ
ਜਿਹਦਾ ਨਾਮ ਭਾਈ ਗੁਰਦਾਸ ਜੀ ਨੇ ਭਾਈ ਖਾਨੂ ਤੇ ਮਾਹੀਆ ਲਿਖਿਆ। ਉਹਨਾਂ ਦੋਵਾਂ ਪਿਓ ਪੁੱਤਾਂ ਨੂੰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦਿੰਦੇ ਨੇ। ਉਹਨਾਂ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਨਾਮ ਕਿਵੇਂ ਹਿਰਦੇ ਵਿੱਚ ਪੱਕਾ ਹੋਵੇ, ਕਿਵੇਂ ਰੱਬੀ ਯਾਦ ਹਿਰਦੇ ਵਿੱਚ ਵਸੇ, ਇਹ ਭਟਕਦਾ ਹੋਇਆ ਮਨ ਕਿਸ ਤਰ੍ਹਾਂ ਟਿਕ ਜਾਵੇ। ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦੱਸਿਆ ਸੀ ਵੀ ਭਾਈ ਪਰਮੇਸ਼ਰ ਦਾ ਨਾਮ ਜਿਹੜਾ ਜਪਦਾ ਹੈ ਤੇ ਉਹ ਜਪਣ ਦਾ ਇੱਕ ਤਰੀਕਾ ਦੱਸਿਆ ਸੀ ਮਹਾਰਾਜ ਨੇ, ਕਿ ਵੇਲਾ ਇੱਕ ਸਮਾਂ ਦੱਸਿਆ ਸੀ ਉਹਨਾਂ ਨੂੰ ਵੀ ਚੌਥੇ ਪੈਰ ਸੁਬਾ ਕੇ ਸੁਰਤਿਆਂ ਉਪਜੇ ਚਾਓ। ਤੇ ਮਹਾਰਾਜ ਨੇ ਇੱਕ ਬਚਨ ਕੀਤਾ ਸੀ ਉਹਨਾਂ ਦੇ ਨਾਲ ਵੀ ਸਬਾਹੀ ਸਲਾਹ ਜਿੰਨੀ ਧਿਆਇਆ ਇੱਕ ਮਨ ਸੇਈ ਪੂਰੇ ਸਾ ਵਖਤੇ ਉੱਪਰ ਲੜ ਮੋਏ। ਮਹਾਰਾਜ ਕਹਿੰਦੇ ਸਮਾਂ ਹੁੰਦਾ ਅੰਮ੍ਰਿਤ ਵੇਲਾ, ਜਦੋਂ ਮਹਾਰਾਜ ਕਹਿੰਦੇ ਹਰ ਤਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਖੁੱਟੇ ਨਾਹੀਂ। ਤੇ ਹੁਣ ਮੁਸ਼ਕਲ ਇਹ ਆ ਵੀ ਮਹਾਰਾਜ ਨੇ ਕਹਿ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ, ਪਰ ਅੱਜ ਜਿਹੜੀ ਅਸੀਂ ਗੱਲ ਵਿਚਾਰ ਕਰਨੀ ਆ ਕਿ ਦਾ ਤਾਂ ਫਿਰ ਨੀਂਦ ਬੜੀ ਸਤਾਉਂਦੀ ਆ। ਪਹਿਲੀ ਗੱਲ ਤੇ ਉੱਠਿਆ ਹੀ ਨਹੀਂ ਜਾਂਦਾ, ਦਿਲ ਇੱਧਰ ਆ ਜਾਂਦਾ। ਜਿਹਨੂੰ ਬਾਣੀ ਮਾਰ ਕਹਿੰਦੇ ਆ ਵੀ ਚੰਗਿਆਈ ਆਲਕ ਕਰੇ ਬਰਿਆਈ ਹੋਵੇ ਸ਼ੇਰ। ਇੱਕ ਮਨ ਦਾ ਸਾਡੇ ਦਾ ਸੁਭਾਵ ਹੈ ਕਿ ਜਦੋਂ ਇਸਨੇ ਕੋਈ ਚੰਗਾ ਕੰਮ ਕਰਨਾ ਇਹ ਆਲਸ ਕਰਦਾ ਹੈ, ਤੇ ਜਦੋਂ ਮਾੜਾ ਕਰਨਾ ਕਹਿੰਦਾ ਪਤਾ ਨਹੀਂ ਇਹਨੂੰ ਕਿੱਥੋਂ ਪਾਵਰ ਮਿਲਦੀ ਆ ਤੇ ਪਤਾ ਨਹੀਂ ਕਿੱਥੋਂ ਸ਼ਕਤੀ ਮਿਲਦੀ ਹੈ, ਸ਼ੇਰ ਹੋ ਜਾਂਦਾ ਹੈ। ਚੰਗਿਆਈ ਆਲਕ ਕਰੇ ਬਰਿਆਈ ਹੋਵੇ ਸ਼ੇਰ, ਨਾਨਕ ਅੱਜ ਕੱਲ੍ਹ ਆਪਸੀ ਗਾਫਲ ਫਾਈ ਪੇਰ। ਹੁਣ ਅੱਜ ਜਿਹੜੀ ਇਸ ਵਿਚਾਰ ਕਰਨੀ ਆ ਵੀ ਜਿਹੜੀ ਨੀਂਦ ਆਉਂਦੀ ਆ, ਖਾਸ ਕਰਕੇ ਅੰਮ੍ਰਿਤ ਵੇਲੇ ਨਾਮ ਜਪਦਿਆਂ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਇਹ ਸਾਰਿਆਂ ਦੀ ਇੱਕ ਮੁਸ਼ਕਲ ਵਾ। ਤੁਹਾਡੀ ਵੀ ਆ ਤੇ ਮੇਰੀ ਵੀ ਆ। ਇਹ ਨਹੀਂ ਵੀ ਤੁਹਾਡੀ ਆ ਤੇ ਮੇਰੀ ਨਹੀਂ ਹੈ। ਇਹ ਸਾਰਿਆਂ ਦੀ ਅੱਜ ਮੁਸ਼ਕਲ ਆ ਕਿ ਜਦੋਂ ਅਸੀਂ ਅੱਗੋਂ ਪਿੱਛੋਂ ਨਹੀਂ, ਜਦੋਂ ਕਥਾ ਕੀਰਤਨ ਸੁਣਦੇ ਆ ਜਾਂ ਨਾਮ ਜਪਦੇ, ਉਦੋਂ ਨੀਂਦ ਕਿਉਂ ਆਉਂਦੀ ਆ। ਜਦੋਂ ਫਿਰ ਅਸੀਂ ਇਹ ਕੰਮ ਆਰੰਭ ਕਰਦੇ ਹਾਂ ਤੇ ਫਿਰ ਤਿੰਨ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ। ਪਹਿਲੀ ਮੁਸ਼ਕਲ ਹੈ ਕਿ ਨੀਂਦ ਆਉਂਦੀ ਆ। ਦੂਸਰੀ ਮੁਸ਼ਕਲ ਖੜੀ ਹੋ ਜਾਂਦੀ ਕਿ ਸਰੀਰ ਸਾਰਾ ਹੀ ਦੁਖਣ ਲੱਗ ਜਾਂਦਾ। ਅੱਗੋਂ ਪਿੱਛੋਂ ਬਿਲਕੁਲ ਸਰੀਰ ਠੀਕ ਹੁੰਦਾ ਹੈ, ਜਦੋਂ ਨਾਮ ਜਪਣਾ ਸ਼ੁਰੂ ਕਰ ਦਿਓ ਤੇ ਗੋਡੇ ਦਿਖੀ ਜਾਂਦੇ ਨੇ, ਬੈਠਾ ਨਹੀਂ ਜਾਂਦਾ, ਚੌਂਕੜਾ ਹੀ ਨਹੀਂ ਵੱਜਦਾ, ਉਬਾਸੀਆਂ ਆਈ ਜਾਂਦੀਆਂ। ਇਹਨਾਂ ਦੇ ਕਾਰਨ ਕੀ ਆ? ਇਹ ਤੇ ਗੋਡੇ ਤੇ ਸਾਰਿਆਂ ਦੇ ਦੁਖਦੇ, ਸੰਗਤ ਵਿੱਚ ਬੈਠਿਆਂ ਚੌਂਕੜਾ ਵੱਜਦਾ ਹੀ ਨਹੀਂ ਹੈ। ਪਰ ਜੇ ਕੋਈ ਰੋਗ ਵਾ ਤਾਂ ਉਹਦਾ ਇਲਾਜ ਵੀ ਤਾਂ ਕੋਈ ਹੋਏਗਾ ਹੀ। ਤੇ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਰੋਗ ਵੈਦ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਰੋਗ ਦਾ ਵੀ ਪਤਾ ਹੋਵੇ ਤੇ ਉਹਦੇ ਇਲਾਜ ਦਾ ਵੀ ਪਤਾ ਹੋਵੇ ਤੇ ਉਹਨੂੰ ਸਿਆਣਾ ਵੈਦ ਲੋਕੀ ਕਹਿੰਦੇ ਆ। ਤੇ ਜਿੱਥੇ ਇਹ ਰੋਗ ਵਾ ਸਾਨੂੰ ਕਿ ਵਸ ਮੇਰੇ ਵੰਜ ਮੇਰੇ ਆਲਸਾ ਹਰ ਪਾਸ ਬੇਨੰਤੀ। ਰੇ ਮਨ ਆਲਸੀ ਆਪਣੇ ਰਾਮੇ ਭਜ ਰੇ। ਇਹਨੇ ਜਦੋਂ ਰੱਬ ਦਾ ਨਾਮ ਭਜਣਾ ਤੇ ਆਲਸ ਕਰਦਾ ਹੈ, ਦਲਿੱਦਰ ਆਉਂਦਾ, ਨੀਂਦ ਆਉਂਦੀ ਹੈ। ਮੈਂ ਕਹਿ ਰਿਹਾ ਸੀ ਵੀ ਜਦੋਂ ਕੋਈ ਕੰਮ ਆਰੰਭ ਕਰਦਾ ਸਭ ਤੋਂ ਪਹਿਲਾਂ ਨੀਂਦ ਆਉਂਦੀ ਆ, ਤੇ ਦੂਸਰਾ ਚੌਂਕੜਾ ਨਹੀਂ ਵੱਜਦਾ, ਗੋਡਿਆਂ ਚੋਂ ਗਿੱਟਿਆਂ ਚੋਂ ਪੀੜ ਆਰੰਭ ਹੋ ਜਾਂਦੀ ਆ।
ਤਾਈਂ ਤਾਂ ਕਹਿੰਦੇ ਵੀ ਛੇਤੀ ਛੇਤੀ ਬਾਬਾ ਜੀ ਭੋਗ ਪਾ ਦੇਣ, ਪੰਗਾ ਪੈ ਗਿਆ। ਇਹ ਸੰਗਤ ਵਿੱਚ ਬੈਠਣਾ, ਇਹ ਨਾਮ ਵਿੱਚ ਜਪਣਾ, ਮਨ ਕਾਹਲਾ ਪੈਂਦਾ, ਇੱਥੇ ਟਿਕਦਾ ਨਹੀਂ ਹੈ, ਇਹ ਬੜੀ ਮੁਸ਼ਕਿਲ ਖੜੀ ਕਰਦਾ। ਤੇ ਤੀਸਰਾ, ਪਹਿਲਾ ਤੇ ਨੀਂਦ ਆਉਣੀ ਆ। ਜਦੋਂ ਤੁਸੀਂ ਜਪ ਸ਼ੁਰੂ ਕਰ ਦਿੱਤਾ ਨਾ, ਸਿਮਰਨ ਸ਼ੁਰੂ ਕਰਤਾ, ਤੇ ਨੀਂਦ ਨੇ ਉਸੇ ਵੇਲੇ ਆਣ ਕੇ ਬਹਿ ਜਾਣਾ ਤੁਹਾਡੇ ਕੋਲ। ਦੂਸਰਾ, ਗੋਡੇ ਗਿੱਟੇ ਦੁਖਣੇ ਸ਼ੁਰੂ ਹੋ ਜਾਣੇ। ਤੇ ਤੀਸਰਾ, ਮਨ ਦੇ ਵਿੱਚ ਫੁਰਨੇ ਸ਼ੁਰੂ ਹੋ ਜਾਣੇ ਨੇ। ਇਹ ਤਿੰਨ ਚੀਜ਼ਾਂ ਸ਼ੁਰੂ ਹੋ ਜਾਂਦੀਆਂ, ਨੀਂਦ, ਸਰੀਰ ਦੁਖਣਾ, ਤੇ ਤੀਸਰਾ ਮਨ ਦੇ ਵਿੱਚ ਫੁਰਨੇ ਬਣਨੇ ਆਰੰਭ ਹੋ ਜਾਣ। ਅੱਗੋਂ ਪਿੱਛੋਂ ਮਨ ਵੀ ਚੁੱਪ ਕਰਕੇ ਬੈਠਾ ਹੁੰਦਾ ਹੈ। ਜੈਸੇ ਮਾਲਾ ਫੜੀ, ਗੁਟਕਾ ਫੜਿਆ, ਸਿਮਰਨ ਸ਼ੁਰੂ ਕੀਤਾ, ਇਹ ਉਡਾਰੀ ਮਾਰ ਜਾਂਦਾ ਹੈ। ਇਹ ਭੈੜੇ ਤੋਂ ਭੈੜੇ ਫੁਰਨੇ, ਵਿਚਾਰਾਂ ਦੇਣੀਆਂ ਸ਼ੁਰੂ ਕਰ ਦਿੰਦਾ। ਇਹ ਭੀੜ ਲਾ ਦਿੰਦਾ, ਇਹ ਰੌਲੀ ਪਾ ਦਿੰਦਾ ਮਨ ਜਿਹੜਾ ਸਾਡਾ ਵਿਚਾਰਾਂ ਦੀ। ਤਾਂ ਇਹ ਬਿਮਾਰੀਆਂ ਜਿਨ੍ਹਾਂ ਦਾ ਅੱਜ ਅਸੀਂ ਥੋੜ੍ਹਾ ਜਿਹਾ ਕੋਈ ਗੁਰਮਤਿ ਅਨੁਸਾਰ ਇਹਦਾ ਵਿਚਾਰਨਾ ਵੀ ਕੀ ਤੇ ਕਿਸ ਕਿਉਂ ਹੁੰਦਾ ਹੈ। ਮਹਾਰਾਜ ਨੇ ਬਚਨ ਕੀਤਾ ਇੱਕ, ਏ ਮਨ ਈਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨ ਆਵੇ। ਮਾਰ ਕਹਿੰਦੇ ਇਹ ਜਿਹੜਾ ਮਨ ਵਾ ਸਾਡਾ, ਇਹਨੂੰ ਈਟੀ ਬਣਾਓ। ਈਟੀ ਕਹਿੰਦੇ ਨੇ ਉਹ ਦੁੱਧ ਰਿੜਕਣ, ਜਦੋਂ ਮਾਈਆਂ ਪੁਰਾਣੇ ਸਮੇਂ ਦੁੱਧ ਰਿੜਕਦੀਆਂ ਸੀ ਤੇ ਉਹ ਦੋ ਗੁੱਲੀਆਂ ਹੁੰਦੀਆਂ ਜਿਹਨੂੰ ਹੱਥਾਂ 'ਚ ਫੜ ਕੇ ਤੇ ਇਸ ਤਰ੍ਹਾਂ ਦੁੱਧ ਰਿੜਕਿਆ ਜਾਂਦਾ ਸੀ, ਅੱਗੇ ਪਿੱਛੇ ਕੀਤਾ ਜਾਂਦਾ ਸੀ ਮਧਾਣੀ ਨੂੰ। ਤੇ ਮਾਰ ਕੇ ਜਿਸ ਤਰ੍ਹਾਂ ਇੱਕ ਸੁਆਣੀ, ਇੱਕ ਮਾਈ ਦੁੱਧ ਰਿੜਕਣ ਲੱਗਿਆਂ ਦੋ ਈਟੀਆਂ ਨੂੰ ਆਪਣੇ ਹੱਥ ਵਿੱਚ ਲੈਂਦੀ ਹਨ, ਤੇ ਇਸ ਮਨ ਨੂੰ ਆਪ ਕਾਬੂ ਕਰੋ, ਫੜੋ। ਹਾਲਾਂਕਿ ਫੜਿਆ ਜਾਂਦਾ ਨਹੀਂ ਹੈ, ਬੜੀ ਮੁਸ਼ਕਿਲ ਖੜੀ ਕਰਦਾ ਹੈ। ਪਰ ਮਾਰ ਕਹਿੰਦੇ ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋਂ। ਨੇਤਰ ਦਾ ਮਤਲਬ ਅੱਖਾਂ ਨਹੀਂ ਹੈ, ਇਹ ਨੇਤਰਾ ਹੁੰਦਾ ਸੀ ਜਿਹੜਾ ਮਧਾਣੀ ਨੂੰ ਰੱਸੀ ਪਾਈ ਜਾਂਦੀ ਸੀ ਨਾ 3-4 ਫੁੱਟੀ, ਉਹਨੂੰ ਨੇਤਰਾ ਬੋਲਿਆ ਜਾਂਦਾ ਸੀ। ਵੈਸੇ ਇੱਕ ਗੱਲ ਆ ਵੀ ਜਿਹੜੀ ਨੀਂਦ ਵਾ ਨਾ ਸਾਡੀ, ਇਹ ਕੰਨਾਂ 'ਚ ਨਹੀਂ ਆਉਣੀ, ਮੂੰਹ 'ਚ ਨਹੀਂ ਆਉਣੀ, ਇਹ ਅੱਖਾਂ 'ਚ ਹੀ ਆਉਣੀ ਹੈ। ਨੀਂਦ ਕਿੱਥੇ ਪ੍ਰਗਟ ਹੁੰਦੀ ਆ? ਅੱਖਾਂ ਦੇ ਵਿੱਚ। ਪਰ ਇੱਥੇ ਨੇਤਰੇ ਦਾ ਮਤਲਬ ਰੱਸੀ। ਮਾਰੰਗ ਦੇ ਇਹ ਮਨ ਈਟੀ ਹਾਥ ਕਰੋ, ਇਸ ਮਨ ਨੂੰ ਉਹ ਜਿਸ ਤਰ੍ਹਾਂ ਮਾਈਆਂ ਲੱਕੜਾਂ ਦੋ ਫੜ ਲੈਂਦੀਆਂ ਈਟੀਆਂ, ਇਸ ਤਰ੍ਹਾਂ ਮਨ ਨੂੰ ਕਾਬੂ ਕਰੋ। ਫੁਨ ਨੇਤਰੋਂ, ਉਹ ਨੇਤਰਾ ਕਿਹੜਾ ਵਾ ਜਿਹੜਾ ਮਾਰੰਗ ਨੇ ਬੈਲ ਕੋ ਨੇਤਰਾ ਪਾਏ ਦੁਹਾਏ। ਤੋ ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ। ਨੇਤਰਾ ਕਿਹੜਾ ਪਾਉਣਾ ਇਹਨੂੰ? ਨੀਂਦ ਨਾ ਆਵੇ। ਇਹ ਤਾਂ ਸਾਰਿਆਂ ਨੂੰ ਆਉਂਦੀ ਆ, ਤੇ ਬਾਣੀ ਕਹਿੰਦੀ ਨੀਂਦ ਨਾ ਆਵੇ। ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ? ਕਿਸ ਤਰ੍ਹਾਂ ਆ ਗਈ ਨੀਂਦ? ਮਹਾਰਾਜ ਕਹਿੰਦੇ ਤੁਹਾਨੂੰ ਉਸ ਸ਼ਾਮ ਸੁੰਦਰ ਪਰਮੇਸ਼ਰ ਨੂੰ ਤਜ ਕੀ ਨੀਂਦ ਕਿਵੇਂ ਆ ਗਈ ਆ? ਤੇ ਮਹਾਰਾਜ ਨੇ ਕੋ ਗੁਰੂ ਅਰਜਨ ਦੇਵ ਨੇ ਬਚਨ ਕੀਤਾ ਕਿ ਵਦ ਸੁਖ ਰਹਿ ਨੜੀਐ ਪ੍ਰਭ ਪ੍ਰੇਮ ਲਗਾ। ਤੇ ਜਿੱਦਨ ਇਹ ਨੇਤਰਾਂ ਵਿੱਚੋਂ ਨੀਂਦ ਖਤਮ ਹੋ ਜਾਂਦੀ, ਪ੍ਰੇਮ ਆ ਜਾਂਦਾ ਨਾ, ਨੀਂਦ ਇਸ ਨੇਤਰਾਂ ਵਿੱਚੋਂ ਖਤਮ ਹੋ ਜਾਂਦੀ ਹੈ। ਜਿਨ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਨਿਉ ਵਾਲੇ ਨੈਣਾ ਕੀ ਨੀਂਦਰ। ਮੈਂ ਕਹਿ ਰਿਹਾ ਕਿ ਵੱਡਾ ਮਸਲਾ ਹੈ, ਵੱਡੀ ਮੁਸ਼ਕਿਲ ਹੈ, ਹਰ ਵਿਅਕਤੀ ਦੀ ਆ, ਤੁਹਾਡੀ ਵੀ ਆ ਤੇ ਮੇਰੀ ਵੀ ਆ, ਕਿ ਨੀਂਦ ਕਿਉਂ ਆਉਂਦੀ ਹੈ? ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ? ਤੇ ਮਹਾਰਾਜ ਇੱਕ ਬਚਨ ਕਰਦੇ ਆ ਕਿ ਵਦ ਸੁਖ ਰਹਿ ਨੜੀਏ ਪ੍ਰਭ ਪ੍ਰੇਮ ਲਗਾ।
ਗੁਰੂ ਅਰਜਨ ਦੇਵ ਜੀ ਅਰਦਾਸ ਕਰਦੇ ਪਰਮੇਸ਼ਰ ਦੇ ਅੱਗੇ, ਕਿਉਂਕਿ ਅੱਜ ਆਪਾਂ ਗੁਰੂ ਅੰਗਦ ਸਾਹਿਬ ਦਾ ਇਤਿਹਾਸ ਨਹੀਂ ਕੋਈ ਸਾਂਝਾ ਕਰਨਾ, ਅਗਲੇ ਸ਼ੁੱਕਰਵਾਰ ਕਰ ਲਾਂਗੇ। ਤੇ ਉਹਨਾਂ ਨੇ ਭਾਈ ਦਾ ਸਮਾਂ ਦੱਸਿਆ ਸੀ ਅੰਮ੍ਰਿਤ ਵੇਲਾ, ਤੇ ਅੱਗੋਂ ਪਿੱਛੋਂ ਨਹੀਂ ਤਾਂ ਨੀਂਦ ਹੀ ਸਾਨੂੰ ਅੰਮ੍ਰਿਤ ਵੇਲੇ ਸਤਾਉਂਦੀ ਆ। ਕੋਈ ਇੱਕ ਸਾਖੀ ਨਹੀਂ ਆਉਂਦੀ ਇਤਿਹਾਸ ਵਿੱਚ ਵੀ ਗੁਰੂ ਨਾਨਕ ਸਾਹਿਬ ਨੂੰ ਕਲਯੁਗ ਮਿਲਿਆ, ਉੜੀਸਾ ਦੇ ਕਿਸੇ ਜੰਗਲ ਵਿੱਚ ਕਲਯੁਗ ਮਿਲਿਆ ਮਹਾਰਾਜ ਨੂੰ, ਤੇ ਬੜਾ ਭਿਆਨਕ ਰੂਪ ਧਾਰਨ ਕਰਕੇ ਤੇ ਉਹਨੇ ਕੋਲ ਇੱਕ ਵੱਡਾ ਹਰਾ ਜੁੱਲ ਜਿਹਾ ਫੜਿਆ ਸੀ ਤੇ ਆ ਗਿਆ। ਤੇ ਜੁੱਲ ਜਿਹਾ ਬੜਾ ਪਾਟਾ ਸੀ, ਵਿੱਚ ਮੋਰੇ ਸੀ। ਜੁੱਲ ਸੀ ਪੁਰਾਣੇ ਸਮੇਂ ਡੰਗਰਾਂ ਉੱਤੇ ਪਾਇਆ ਜਾਂਦਾ ਸੀ, ਝੁੱਲ ਵੀ ਕਹਿੰਦੇ, ਕੋਈ ਜੁੱਲ ਵੀ ਕਹਿੰਦੇ ਉਸ ਨੂੰ। ਉਹ ਬੜਾ ਪਾਟਾ ਤੇ ਲੈ ਕੇ ਮਹਾਰਾਜ ਦੇ ਕੋਲ ਆ ਗਿਆ। ਤੇ ਮਰਦਾਨਾ ਕਹਿੰਦਾ, ਬਾਬਾ ਜੀ ਕੌਣ ਵਾ? ਸਾਹਿਬ ਕਹਿਣ ਲੱਗੇ, ਕਲਯੁਗ ਵਾ। ਤੇ ਉਹ ਪੁੱਛਦਾ, ਮਰਦਾਨਾ ਪੁੱਛਦਾ ਵੀ ਆ ਵੀ ਤੂੰ ਕੀ ਕੋਲ ਰੱਖਿਆ ਵਾ? ਕਹਿਣ ਲੱਗਾ, ਜੀ ਇਹ ਮੈਂ ਕਲਯੁਗ ਆ ਤੇ ਮੈਂ ਜੁੱਲ ਰੱਖਿਆ ਵਾ, ਤੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੂ ਮੈਂ ਉੱਤੇ ਜੁੱਲ ਪਾ ਦਿੰਦਾ, ਉਹਨੂੰ ਜਪਣ ਨਹੀਂ ਦਿੰਦਾ। ਇਹ ਕਲਯੁਗ ਦੀ ਨਿਸ਼ਾਨੀ ਹੈ। ਉਹ ਜਿੱਦਾਂ ਕੋਈ ਮਹਾਂਪੁਰਖਾ ਕੋਈ ਬੈਠੇ ਤੇ ਕੋਈ ਆ ਗਿਆ, ਕਹਿਣ ਲੱਗਾ, ਬਾਬਾ ਜੀ ਹੈ ਨੀਂਦ ਬੜੀ ਸਤਾਉਂਦੀ ਆ, ਨੀਂਦ ਬੜੀ ਆ ਜਾਂਦੀ ਹੈ ਅੰਮ੍ਰਿਤ ਵੇਲੇ। ਤੇ ਮਹਾਂਪੁਰਖ ਕਹਿਣ ਲੱਗੇ, ਮਾੜੇ ਕਿਸਮ ਭਾਗਾਂ ਦੀ ਨਿਸ਼ਾਨੀ ਹੈ ਕਿ ਹੋਰ ਕੀ ਹੈ। ਨਿਉ ਵਾਲੇ ਨੈਣਾ ਕੀ ਨੀਂਦਰ, ਜਿੱਥੇ ਪਿਆਰ ਹੋਵੇ ਉੱਥੇ ਨੀਂਦ ਆ ਜਾਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਕਹਿ ਰਿਹਾ ਸੀ ਨੀਂਦ ਜਿਹੜੀ ਅੱਖਾਂ ਵਿੱਚ ਆਉਂਦੀ ਆ, ਪਰ ਜਦੋਂ ਅੱਖਾਂ ਵਿੱਚ ਨੇਤਰਾਂ ਵਿੱਚ ਪਿਆਰ ਆ ਜਾਂਦਾ, ਨੀਂਦ ਖਤਮ ਹੋ ਜਾਂਦੀ ਹੈ। ਉਹ ਕਲਯੁਗ ਕਹਿਣ ਲੱਗਾ, ਮੈਂ ਜੁੱਲ ਰੱਖਿਆ ਕੋਲ ਆਪਣੇ, ਤੇ ਜਿਹੜਾ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਦਾ ਮੈਂ ਉੱਤੇ ਜੁੱਲ ਪਾ ਦਿੰਦਾ। ਭੋਗੀ ਰੋਗੀ ਸਭ ਸੌਂ ਜਾਂਦੇ ਅੰਮ੍ਰਿਤ ਵੇਲੇ, ਤੇ ਕੋਈ ਜਾਗਦਾ ਵਿਰਲਾ ਜੋਗੀ। ਵੱਡੇ ਤੋਂ ਵੱਡਾ ਜੋਗ ਆਪਣੇ ਰੋਗੀ ਵੀ ਸੌਂ ਜਾਂਦਾ ਹੈ, ਭੋਗੀ ਵੀ ਸੁੱਤੇ ਹੁੰਦੇ ਨੇ, ਜੋ ਰੋਗੀ ਵੀ ਸੁੱਤੇ ਹੁੰਦੇ ਨੇ, ਤੇ ਜਾਗਦੇ ਨੇ ਵਿਰਲੇ ਜੋਗੀ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਗੁਰਮੁਖ ਜਾਗ ਰਹੇ ਦਿਨ ਰਾਤੀ। ਕਿਸ ਤਰ੍ਹਾਂ? ਸਾਡੇ ਕੋਲ ਤੇ ਅੱਧਾ ਘੰਟਾ ਸਿਮਰਨ ਨਹੀਂ ਹੁੰਦਾ, ਉਹ ਕਿਸ ਤਰ੍ਹਾਂ ਜਾਗਦੇ ਨੇ? ਗੁਰਮੁਖ ਜਾਗ ਰਹੇ ਦਿਨ ਰਾਤੀ। ਸਾਚੇ ਕੀ ਲਿਵ ਗੁਰਮਤਿ ਜਾਤੀ। ਉਹਨਾਂ ਅੰਦਰ ਲਿਵ ਲੱਗ ਗਈ, ਉਹਨਾਂ ਅੰਦਰ ਰੱਬ ਦਾ ਪਿਆਰ ਆ ਗਿਆ, ਗੁਰੂ ਦਾ ਪਿਆਰ ਆ ਗਿਆ। ਤੇ ਜਿਨ੍ਹਾਂ ਅੰਦਰ ਪਿਆਰ ਆ ਜੇ ਉਹਨਾਂ ਨੂੰ ਨੀਂਦ ਆ ਜੇ। ਇਹ ਦੋ ਗੱਲਾਂ ਨਹੀਂ, ਮੈਂ ਬਾਰ-ਬਾਰ ਕਹਿ ਰਿਹਾ, ਦੋ ਗੱਲਾਂ ਨਹੀਂ ਹੋਣੀਆਂ। ਜੇ ਤਾਂ ਪਿਆਰ ਆ ਗਿਆ ਨੇਤਰਾਂ ਵਿੱਚ, ਫਿਰ ਨੀਂਦ ਨਹੀਂ। ਉਹ ਗੁਰੂ ਅਮਰਦਾਸ ਨੂੰ ਆ ਕਿਸੇ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਤੁਸੀਂ 12 ਸਾਲ ਗਾਗਰ ਢੋਈ ਹੈ, ਕੋਈ ਝੱਖੜ ਵੀ ਝੁੱਲੇ ਹੋਣਗੇ, ਹੜ੍ਹ ਵੀ ਆਏ ਹੋਣਗੇ, ਪਾਣੀ ਵੀ ਆਇਆ ਹੋਊਗਾ, ਗਲੇ ਵੀ ਪਏ ਹੋਣਗੇ, ਬਰਫਾਂ ਵੀ ਪਈਆਂ ਹੋਣਗੀਆਂ, ਤੁਸੀਂ ਗੁਰੂ ਦੇ ਇਸ਼ਨਾਨ ਵਿੱਚ ਨਾਗਾ ਨਹੀਂ ਪਾਇਆ। ਵਾਹ ਵਾਹ, ਉਹਨਾਂ 12 ਸਾਲਾਂ ਵਿੱਚ ਕਦੀ ਝੜੀਆਂ ਨਹੀਂ ਲੱਗੀਆਂ ਹੋਣਗੀਆਂ। ਕਦੀ ਝੜੀਆਂ ਨਹੀਂ ਲੱਗੀਆਂ ਹੋਣਗੀਆਂ, ਕਦੀ ਬਰਫਾਂ ਨਹੀਂ ਪਈਆਂ ਹੋਣਗੀਆਂ, ਕਦੀ ਝੱਖੜ ਨਹੀਂ ਆਏ ਹੋਣਗੇ, ਕਦੀ ਹਨੇਰੀਆਂ ਨਹੀਂ ਆਈਆਂ ਹੋਣਗੀਆਂ, ਤੇ ਕਦੀ ਨੀਂਦ ਨੇ ਨਹੀਂ ਸਤਾਇਆ ਹੋਊਗਾ ਉਹਨਾਂ ਨੂੰ। ਦੁਨੀਆ ਸੁੱਤੀ ਹੈ ਤੇ ਮੈਂ ਇੱਕ, ਮੇਰੀ ਸਰੀਰਕ ਅਵਸਥਾ ਬਹੁਤ ਉੱਚੀ ਹੋ ਚੁੱਕੀ ਹੈ, ਬੁੱਢੀ ਹੋ ਚੁੱਕੀ ਹੈ, ਤੇ ਰਾਤ ਗਾਗਰ ਢੋਣੀਆਂ। ਕਦੀ ਨੀਂਦ ਨਹੀਂ ਸੀ ਤੁਹਾਨੂੰ ਆਈ ਰਾਤ ਨੂੰ? ਕਿਸੇ ਨੇ ਪੁੱਛਿਆ ਹੋਣਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ। ਤੇ ਮਹਾਰਾਜ ਕਹਿੰਦੇ ਨੇ, ਮਿਲ ਮੇਰੇ ਪ੍ਰੀਤਮਾ ਜੀਓ, ਤੋ
ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੇ ਜਿਉ। ਗੁਰੂ ਅਮਰਦਾਸ ਕਹਿੰਦੇ ਸਾਨੂੰ ਤਾਂ ਨੀਂਦ ਆਈ ਨਹੀਂ ਹੈ। ਤੇ ਭਾਵੇ ਅੰਨ ਨਾ ਪਾਣੀ। ਮੈਂ ਅੱਗੇ ਚੱਲ ਕੇ ਦੱਸੂਗਾ ਨੀਂਦ ਦਾ ਸੰਬੰਧ ਖਾਣੇ ਨਾਲ ਵਾ, ਬੰਦੇ ਦੇ ਧੰਦੇ ਨਾਲ ਸੰਬੰਧ ਵਾ ਨੀਂਦ। ਤੇ ਉਹ ਕਲਯੁਗ ਕਹਿਣ ਲੱਗਾ ਮੈਂ ਉੱਥੇ ਆ ਜਾ ਫੇਰ ਕਿ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਮੈਂ ਇਹ ਜੋਲ ਉਹਨਾਂ ਉੱਤੇ ਪਾ ਦਿੰਦਾ ਤੇ ਉੱਠਣ ਨਹੀਂ ਦਿੰਦਾ। ਤੇ ਮੈਂ ਕਹਿ ਰਿਹਾ ਸੀ ਵੀ ਭੋਗੀ ਵੀ ਸੌ ਜਾਂਦੇ, ਰੋਗੀ ਵੀ ਸੌ ਜਾਂਦੇ, ਜਾਗਦੇ ਨੇ ਵਿਰਲੇ ਜੋਗੀ। ਤੇ ਉਹ ਕਹਿਣ ਲੱਗਾ, ਮਰਦਾਨਾ ਜੀ ਕਹਿਣ ਲੱਗੇ ਆ ਵਿੱਚੋਂ ਪਾਟਾ ਵਾ ਜੁੱਲ ਤੁਹਾਡਾ ਕਾਲਜੁਗ ਨੂੰ ਕਹਿਣ ਲੱਗਾ ਜਿਹੜੇ ਦਲਿੱਦਰ ਨੂੰ ਦੂਰ ਕਰਕੇ ਉੱਠ ਪੈਂਦੇ ਨੇ ਫਿਰ ਮੇਰਾ ਜੁੱਲ ਪਾੜ ਦਿੰਦੇ ਨੇ ਦਲਿੱਦਰ ਦਾ। ਤਾਂ ਹੀ ਉਹਦੇ ਨਿਹੰਗਾ ਸਿੰਘਾਂ ਨੇ ਇਹਦਾ ਨਾਂ ਦਲਿੱਦਰ ਦੀ ਧੀ ਵੀ ਰੱਖਿਆ ਸੀ, ਦਲਿੱਦਰ ਸੋਂ ਵੀ ਰੱਖਿਆ ਸੀ। ਤੇ ਮਹਾਰਾਜ ਕਹਿੰਦੇ ਨੇ ਵੱਧ ਸੁਖ ਰੈਣੜੀ ਐ ਪ੍ਰੈ ਪ੍ਰੇਮ ਲਗਾ, ਪ੍ਰੈ ਪ੍ਰੇਮ ਲਗਾ। ਮਹਾਰਾਜ ਪਰਮੇਸ਼ਰ ਅੱਗੇ ਅਰਦਾਸ ਕਰਦੇ ਪਰਮੇਸ਼ਰ ਰਾਤਾਂ ਲੰਮੀਆਂ ਹੋ ਜਾਣ, ਕਿਉਂਕਿ ਉਹ ਜਿਹੜਾ ਬਚਨ ਆਉਂਦਾ ਮਹਾਰਾਜ ਦਾ ਕਿ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਪਿੰਨੀ ਰੈਣੜੀਏ ਚਮਕਣ ਤਾਰੇ। ਜਾਗਣ ਸੰਤ ਜਨਾ, ਰੋਗੀ ਥੋੜਾ ਅੰਮ੍ਰਿਤ ਵੇਲੇ ਜਾਗ ਸਕਦੇ ਨੇ, ਭੋਗੀ ਥੋੜਾ ਕੋਈ ਜਾਗ ਸਕਦਾ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਜਾਗੇ ਦਾ ਕੇਵਲ ਜੋਗੀ। ਪਿੰਨੀ ਰੈਣੜੀ ਐ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅੰਦਨੋ, ਚਰਨ ਕਮਲ ਧਿਆਨ ਹਿਰਦੇ ਪ੍ਰਭ ਬਿਸਰ ਨਹੀਂ ਇੱਕ ਖਿਨੋ। ਉਹ ਫਿਰ ਅਰਦਾਸ ਕਰਦੇ ਨੇ ਮਾਲਕਾ ਵੱਧ ਸੁਖ ਰੈਣੜੀ ਐ ਪ੍ਰੈ ਪ੍ਰੇਮ ਲੱਗਾ। ਐ ਪਰਮੇਸ਼ਰ ਰਾਤਾਂ ਲੰਮੀਆਂ ਹੋ ਜਾਣ। ਕਿਉਂ? ਜਦੋਂ ਸੂਰਜ ਚੜ੍ਹ ਜਾਂਦਾ ਰੌਲੀ ਪੈ ਜਾਂਦੀ ਫਿਰ ਰੱਬ ਦੇ ਪਿਆਰਿਆਂ ਦਾ ਧਿਆਨ ਉਹਦੇ ਨਾਲੋਂ ਟੁੱਟ ਜਾਂਦਾ ਹੈ। ਮੈਂ ਉਦੋਂ ਵੀ ਕਿਹਾ ਸੀ ਹਰ ਸਮੇਂ ਨਾਮ ਜਪਿਆ ਜਾ ਸਕਦਾ ਹੈ, ਕੋਈ ਸ਼ੱਕ ਨਹੀਂ ਹੈ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਹਰ ਸਿਮਰਨ ਕੀ ਸਗਲੀ ਬੇਲਾ, ਪਰ ਫਲ ਤੇ ਇਹ ਉਦੋਂ ਹੀ ਅੰਮ੍ਰਿਤ ਵੇਲੇ ਇਹਨੂੰ ਲੱਗਦਾ ਹੈ। ਤੇ ਮਹਾਰਾਜ ਕਹਿੰਦੇ ਆ ਵੀ ਫਿਰ ਵੱਧ ਸੁਖ ਐ ਪਰਮੇਸ਼ਰ ਰਾਤਾਂ ਲੰਮੀਆਂ ਹੋ ਜਾਣ। ਕਿਉਂ? ਤੇਰੇ ਨਾਲ ਸਾਡਾ ਪ੍ਰੇਮ ਲੱਗ ਗਿਆ। ਤੇ ਜਦੋਂ ਚਿੜੀ ਚੌਕੀ ਪੌ ਫੁੱਟੀ, ਜਦੋਂ ਪੌ ਫੁੱਟ ਜਾਂਦੀ ਫਿਰ ਜਾਨਵਰ ਰੌਲੇ ਪਾ ਦਿੰਦੇ ਨੇ। ਹੁਣ ਤੇ ਚਲੋ ਮਹਾਰਾਜ ਦੀ ਕਿਰਪਾ ਹੀ ਆ, 4 ਵਜੇ ਭਾਈ ਬਹੁਤਾ ਹੀ ਕੰਮ ਖਰਾਬ ਕਰ ਦਿੰਦੇ ਆ। ਮੈਂ ਬਾਰ-ਬਾਰ ਕਹਿ ਰਿਹਾ ਕਿ ਬੜੀ ਮੁਸ਼ਕਿਲ ਖੜੀ ਹੋਈ ਜਿਨ੍ਹਾਂ ਨੇ ਕੋਈ ਧਿਆਨ ਸਾਧਨਾ ਕਰਨੀ ਹੁੰਦੀ ਆ ਨਾ, ਅੰਮ੍ਰਿਤ ਵੇਲੇ ਸਿਮਰਨ ਸਾਧਨਾ ਕਰਨੀ ਹੁੰਦੀ ਆ ਨਾ, ਤੇ ਇਹ ਜਿਹੜੇ ਪਿੰਡਾਂ 'ਚ 10-10 ਸਪੀਕਰ ਲੱਗ ਜਾਂਦੇ ਨੇ, ਬੜੀ ਵੱਡੀ ਮੁਸ਼ਕਿਲ ਖੜੀ ਕਰਨ ਦੇ ਨੇ। ਸ਼੍ਰੀ ਅਕਾਲ ਤਖਤ ਜਥੇਦਾਰ ਸਾਹਿਬ ਨੇ ਵੀ ਕਹਿ ਦਿੱਤਾ ਵੀ ਸਪੀਕਰਾਂ ਦੀ ਆਵਾਜ਼ ਅੰਦਰ ਤੱਕ ਰੱਖੋ, ਕੋਈ ਨਹੀਂ ਮੰਨਣ ਦਿਆ। ਹਾਈ ਕੋਰਟ ਨੇ ਆਰਡਰ ਦੇ ਦਿੱਤਾ ਵਾ ਵੀ ਕੋਈ ਆਵਾਜ਼ ਆਪਣੇ ਧਰਮ ਸਥਾਨਾਂ ਤੋਂ ਕਿਤੇ ਵੀ ਆਵਾਜ਼ ਬਾਹਰ ਨਾ ਕੱਢੋ, ਅੰਦਰ ਰੱਖੋ। ਇਹ ਵੀ ਇੱਕ ਮਨੁੱਖ ਦੀ ਵਾਸਤੇ ਬੜੀ ਹਾਨੀਕਾਰਕ ਚੀਜ਼ ਹੈ। ਪਰ ਨਹੀਂ, ਸਿਆਣੇ, ਮੈਂ ਉਦੋਂ ਕਿਹਾ ਸੀ ਪੁਰਾਣੇ ਰੁੱਖ ਤੇ ਸਿਆਣੇ ਮਨੁੱਖ ਇਸ ਧਰਤੀ ਤੋਂ ਖਤਮ ਹੋ ਗਏ ਨੇ, ਰੌਲਾ ਹੀ ਪੈ ਗਿਆ। ਚਲੋ ਹੁਣ ਕੁਦਰਤ ਰੌਲਾ ਬੰਦ ਕਰਨ ਦੀ ਕੋਸ਼ਿਸ਼ ਤਾਂ ਕਰ ਰਹੀ ਹੈ, ਪਰ ਅਸੀਂ ਵੱਧ ਪਾਉਣਾ ਜਿੱਦਣੇ ਲਾਕਡਾਊਨ ਖੁੱਲ੍ਹ ਗਏ ਨਾ। ਤੇ ਮਹਾਰਾਜ ਕਹਿੰਦੇ ਆ ਵੀ ਚਿੜੀ ਚੌਂਕੀ ਪੌ ਫੁੱਟੀ, ਵਗਣ ਬਹੁਤ ਤਰੰਗ। ਉਦੋਂ ਫਿਰ ਬੜੀਆਂ ਤਰੰਗਾਂ, ਬੜੀਆਂ ਆਵਾਜ਼ਾਂ ਪੈਦਾ ਹੋ ਜਾਂਦੀਆਂ ਜਦੋਂ ਸੂਰਜ ਚੜ੍ਹ ਜਾਂਦਾ ਹੈ। ਤੇ ਰੱਬ ਦੇ ਪਿਆਰਿਆਂ ਦਾ ਫਿਰ ਧਿਆਨ ਜੁੜਦਾ ਨਹੀਂ ਹੈ। ਇਹ ਤੇ ਇਹ ਸਮੇਂ ਦੀ ਉਹੀ ਕਦਰ ਕਰਦੇ ਨੇ ਜਿਹੜੇ ਕਰੀ ਇਸ ਸਮੇਂ ਵਿੱਚ ਕੋਈ ਧਿਆਨ ਇਕਾਗਰ ਕਰਦੇ ਨੇ।
ਸਿਮਰਨ ਕਰਦੇ ਨੇ, ਰੱਬ ਨਾਲ ਜੁੜਦੇ ਨੇ। ਮੈਂ ਉਦੋਂ ਹੀ ਕਹਾਣੀ ਸੁਣਾਈ ਸੀ ਨਾ, ਕੋਈ ਸਾਧੂ ਮਹਾਤਮਾ ਸੀ, ਉਹਦਾ ਅੰਮ੍ਰਿਤ ਵੇਲਾ ਖੁੰਝ ਗਿਆ ਤੇ ਇਕਾਗਰ ਨਾ ਹੋ ਸਕਿਆ। ਹੁਣ ਤਾਂ ਅਸੀਂ ਇਕਾਗਰ ਚਿੱਤ ਹੁੰਦੇ ਹੀ ਨਹੀਂ ਆ, ਰੌਲਾ ਹੀ ਪਾ ਛੱਡਿਆ, ਪਾਠ ਪੂਜਾ 'ਚ ਵੀ ਰੌਲੇ 'ਚ ਹੀ ਲੰਘਾ ਛੱਡਦੇ ਅਸੀਂ। ਉਹ ਕਿਸੇ ਮਹਾਂਪੁਰਖ ਦਾ ਅੰਮ੍ਰਿਤ ਵੇਲਾ ਖੁੰਝ ਗਿਆ, ਨੀਂਦ ਆ ਗਈ ਉਹਨੂੰ। ਅੱਜ ਸਾਡਾ ਵਿਸ਼ਾ ਨੀਂਦ ਹੀ ਹੈ। ਤੇ ਉਹ ਮੁੜ ਕੇ ਜਦੋਂ ਦਿਨ ਚੜ੍ਹੇ, ਉਹ ਕੋਸ਼ਿਸ਼ ਕੀਤੀ, ਉਹਨੇ ਸਿਮਰਨ ਸ਼ੁਰੂ ਕਰ ਦਿੱਤਾ, ਧਿਆਨ ਸਾਧਨਾ ਸ਼ੁਰੂ ਕਰ ਦਿੱਤੀ, ਜਪ ਸ਼ੁਰੂ ਕਰ ਦਿੱਤਾ, ਲੱਗਾ ਰਿਹਾ ਵਿਚਾਰਾ, ਪਰ ਧਿਆਨ ਚਿੱਤ ਇਕਾਗਰ ਨਹੀਂ ਹੋਇਆ। ਆਂਦੇ ਨਾ ਕਿ ਵਕਤ ਦੀ ਨਮਾਜ਼ ਤੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਜਦੋਂ ਸਮਾਂ ਖੁੰਝ ਜੇ ਫੇਰ ਕੁਛ ਕਰੇ, ਕੁਛ ਬਹੁਤਾ ਨਹੀਂ ਹੁੰਦਾ। ਜੇ ਸਮੇਂ ਨਾਲ ਕੁਛ ਕੀਤਾ ਜਾਵੇ ਤੇ ਬੜਾ ਕੁਛ ਹੋ ਜਾਂਦਾ ਹੈ। ਉਹ ਮਹਾਂਪੁਰਖਾਂ ਦਾ ਅੰਮ੍ਰਿਤ ਵੇਲਾ ਖੁੰਝ ਗਿਆ, ਉਹ ਲੱਗਾ ਰਿਹਾ, ਪਰ ਗੱਲ ਬਣੀ ਨਾ, ਚਿੱਤ ਇਕਾਗਰ ਨਾ ਹੋਇਆ ਤੇ ਦਿਹਾੜੀ ਉਹਦੀ ਸੌਖੀ ਨਾ ਲੰਘੀ। ਅਗਲੇ ਦਿਨ ਜਦੋਂ ਰਾਤ ਛਿਪੀ ਤੇ ਉਹ ਫਿਰ ਰਾਤ ਪੈ ਗਈ ਤੇ ਫਿਰ ਉੱਠ ਕੇ ਉਹ ਆਪਣੇ ਪਾਣੀ 'ਚ ਜਾ ਕੇ ਬਹਿ ਗਏ। ਇਹ ਪੁਰਾਣੇ ਮਹਾਂਪੁਰਖ ਜਿਹੜੇ ਸੀ ਇਦਾਂ ਦੇ ਹੱਠ ਜੱਪ ਕਰਦੇ ਹੁੰਦੇ ਸੀ। ਹੁਣ ਤਾਂ ਮੌਜ ਬਣੀ ਸਾਧਾਂ ਨੂੰ, ਨਾ ਕੋਈ ਉੱਠਦਾ ਹੈ, ਨਾ ਕੋਈ ਧਿਆਨ ਸਾਧਨਾ ਕਰਦਾ। ਬਸ ਇਹਨਾਂ ਨੇ ਸਮਝ ਲਿਆ ਵੀ ਕੋਈ ਅੱਧਾ ਘੰਟਾ ਕੀਰਤਨ ਕਰ ਲਿਆ, ਸ਼ਾਇਦ ਇਦਾਂ ਹੀ ਗੱਲਾਂ ਬਣ ਜਾਂਦੀਆਂ ਨੇ। ਨਹੀਂ ਨਹੀਂ ਨਹੀਂ, ਇਹ ਕੋਈ ਸਾਧਨਾ ਕਰਨੀਆਂ ਪੈਂਦੀਆਂ ਨੇ, ਧਿਆਨ ਸਾਧਨਾ ਕਰਨੀਆਂ ਪੈਂਦੀਆਂ ਨੇ, ਜਪ ਸਾਧਨਾ ਕਰਨੀਆਂ ਪੈਂਦੀਆਂ ਨੇ। ਉਹ ਤਾਂ ਸਾਡੀ ਰਹਿਤ ਮਰਜ਼ਾਦਾ 'ਚ ਦੋ ਤਰ੍ਹਾਂ ਦੀ ਬੰਦਗੀ ਲਿਖੀ ਆ, ਵਿਅਕਤੀਗਤ ਬੰਦਗੀ ਤੇ ਸੰਗਤ ਰੂਪੀ ਬੰਦਗੀ। ਜਿਹੜਾ ਅਸੀਂ ਸੰਗਤ 'ਚ ਬੈਠ ਕੇ ਕਥਾ ਕੀਰਤਨ ਸੁਣਨੀ, ਇਹ ਸੰਗਤੀ ਰੂਪੀ ਆ। ਤੇ ਨਿੱਜੀ ਬੰਦਗੀ ਵੀ ਕਰਨੀ, ਆਪਣੀ ਵੀ ਬੰਦਗੀ ਕਰਨੀ ਹੈ, ਉਹ ਨਹੀਂ ਸੀ ਕਰਦੇ ਹੁਣ। ਉਹ ਫਿਰ ਮਹਾਰਾਜ ਕਹਿੰਦੇ ਆ, ਚਿੜੀ ਚੌਂਕੀ ਪਉ ਫੁੱਟੀ ਵਗਨ ਬਹੁਤ ਤਰੰਗਾ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਉਹ ਫਿਰ ਜਦੋਂ ਪ੍ਰਭਾਤ ਵੇਲਾ ਲੰਘ ਜਾਂਦਾ, ਚਿੜੀਆਂ ਚੂਕਣ ਲੱਗ ਪੈਂਦੀਆਂ ਨੇ, ਆਵਾਜ਼ਾਂ ਆਉਣ ਲੱਗ ਜਾਂਦੀਆਂ, ਚਿੱਤ ਇਕਾਗਰ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਵੱਧ ਸੁਖ ਰਹਿਣੜੀ ਐ। ਰਾਤਾਂ ਲੰਮੀਆਂ ਹੋ ਜਾਣ, ਜਿੱਦਾਂ ਸਿਆਲ 'ਚ ਨਹੀਂ ਰਾਤਾਂ ਲੰਮੀਆਂ ਤੇ ਦਿਨ ਛੋਟੇ ਹੋ ਜਾਂਦੇ। ਤੇ ਅਗਲੀ ਗੱਲ ਸੀ, ਘੱਟ ਦੁੱਖ ਨੀਂਦੜੀ ਐ। ਤੇ ਨੀਂਦ ਘਟ ਜੇ, ਰਾਤਾਂ ਲੰਮੀਆਂ ਹੋ ਜਾਣ ਤੇ ਕੀ ਹੋਊਗਾ ਫਿਰ? ਘਟ ਦੁੱਖ ਨੀਂਦਰੀਏ ਪਰਸੋਂ ਸਦਾ ਪੱਗਾ। ਇਹ ਨੀਂਦ ਹੀ ਵੱਡੀ ਰੁਕਾਵਟ ਹੈ, ਜਦੋਂ ਸ਼ੁਰੂਆਤ ਵਿੱਚ ਬਹੁਤ ਤੰਗ ਕਰਦੀ ਏ। ਚਲੋ ਕਰਦੀ ਤੇ ਖਾਕ ਬੜਾ ਲੰਮਾ ਸਮਾਂ ਤੰਗ ਕਰਦੀ। ਉੱਥੇ ਮਹਾਂਪੁਰਖਾਂ ਦੀ ਸੰਗਤ ਕਰੀਦੀ ਸੀ ਤੇ ਕਈ ਪ੍ਰੇਮੀ ਆਣ ਕੇ ਪੁੱਛਦੇ, ਬਾਬਾ ਜੀ ਕੋਈ ਕਿੱਦਾਂ ਕਰਿਆ ਕਰੀਏ ਸਿਮਰਨ ਸਾਧਨਾ, ਧਿਆਨ ਸਾਧਨਾ। ਤੇ ਮਹਾਂਪੁਰਖਾਂ ਨੇ ਆਖਣਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਾ ਇਸ ਤਰ੍ਹਾਂ ਚੌਂਕੜਾ ਮਾਰ ਲੈਣਾ ਤੇ ਧਿਆਨ ਦੇ ਨਾਲ ਅੱਖਾਂ ਬੰਦ ਕਰ ਲੈਣੀਆਂ ਇਸ ਤਰ੍ਹਾਂ, ਤੇ ਆਸਾ ਦੀ ਵਾਰ ਸੁਣਨੀ ਹੈ, ਕੁਛ ਨਹੀਂ ਕਰਨਾ, ਸੁਣਨੀ ਹੈ। ਇਸ ਤਰ੍ਹਾਂ ਸੁਣਿਆ ਕਰੋ। ਉਹ ਚਾਅ ਨਾਲ ਲੋਕਾਂ ਨੇ, ਕਈਆਂ ਨੇ ਲੱਗ ਜਾਣਾ ਤੇ ਮੁੜ ਕੇ 2-4 ਦਿਨਾਂ ਬਾਅਦ ਆਖਣਾ, ਬਾਬਾ ਜੀ ਉਹ ਲੱਗਾ ਕਿਹੜੇ ਵੇਲੇ ਆਸਾ ਦੀ ਵਾਰ ਵੀ ਲੰਘ ਗਈ ਆ। ਇਹ ਬੜਾ ਤੰਗ ਕਰਦੀ ਰੱਬ ਦੇ ਪਿਆਰਿਆਂ ਨੂੰ। ਉਹ ਫਿਰ ਮਹਾਰਾਜ ਕਹਿੰਦੇ ਆ ਵੀ ਇਹ ਮਨ ਈਟੀ ਹਾਥ ਕਰੋ। ਇਹ ਜਿਸ ਤਰ੍ਹਾਂ ਉਹ ਬੀਬੀਆਂ 2 ਈਟੀਆਂ ਫੜ ਲੈਂਦੀਆਂ ਹੱਥ 'ਚ, ਮਹਾਰਾਜ ਕਹਿੰਦੇ ਇਸ ਮਨ ਨੂੰ ਕਾਬੂ ਕਰਨ ਦਾ ਕੀ ਤਰੀਕਾ? ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ। ਨੇਤਰਾ ਕਿਹੜਾ ਪਾਉਣਾ? ਨੀਂਦ ਨਾ ਆਵੇ ਤੇ ਰਸਨਾ ਨਾਮ ਜਪੋ ਤਬ ਮੱਥੀ ਐ। ਕਹਿੰਦੇ ਜਦੋਂ ਤੁਸੀਂ ਫਿਰ ਇਸ ਤਰ੍ਹਾਂ ਕਰੋਗੇ, ਨੀਂਦ ਦਾ ਤਿਆਗ ਕਰੋਗੇ ਤੇ ਰਸਨਾ ਨਾਲ ਵਾਹਿਗੁਰੂ 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 ਕਰੋਗੇ, ਫਿਰ ਕੀ ਹੋਣਾ? ਕੀ ਹੈ? ਮਹਾਰਾਜ ਕਹਿੰਦੇ ਨੇ ਰਸਨਾ ਨਾਮ ਜਪੋ ਤਬ ਮੱਥੀਐ। ਇਹਨੂੰ ਕਹਿੰਦੇ ਇਹਦਾ ਮੱਥਣਾ, ਰਿੜਕਣਾ, ਸਰੀਰ ਨੂੰ ਰਿੜਕਣਾ, ਇਹਦੇ ਅੰਦਰੋਂ ਕੁਝ ਲੱਭਣਾ ਹੈ।
ਤੇ ਜਦੋਂ ਜਦੋਂ ਪਹਿਲਾਂ ਪਹਿਲਾਂ ਸ਼ੁਰੂ ਕਰਨਾ ਨਾ ਰਿੜਕਣਾ ਤੇ ਮਧਾਣੀ ਚੱਲਣੀ ਨਹੀਂ ਆ। ਕਿਉਂ? ਇਹ ਚਾਟੀ ਦੇ ਵਿੱਚ ਬੜੇ ਰੋੜੇ ਪਏ ਨੇ ਤੇ ਰੋੜੇ ਥੋੜਾ ਮਧਾਣੀ ਨੂੰ ਚੱਲਣ ਦੇਣਗੇ। ਨਾ 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 ਨਾ, ਏਡੀਆਂ ਏਡੀਆਂ ਵਿਚਾਰਾਂ, ਏਡੇ ਏਡੇ ਫੁਰਨੇ ਇਸ ਮਨ ਦੇ ਅੰਦਰ ਪਏ ਨੇ, ਇਹਨੇ ਮਧਾਣੀ ਚੱਲਣ ਨਹੀਂ ਦੇਣੀ। ਤੇ ਮਰ ਕਹਿੰਦੇ ਰਸਨਾ ਨਾਮ ਜਪੋ ਤਬ ਮਥਿਐ, ਇਨ ਬਿਦ ਅੰਮ੍ਰਿਤ ਪਾਵੋ। ਮਰ ਕਹਿੰਦੇ ਜਦੋਂ ਕੋਈ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰਕੇ ਸਿਮਰਨ ਸਾਧਨਾ ਕਰਦਾ, ਜਪ ਸਾਧਨਾ ਕਰਦਾ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ, ਫਿਰ ਉਹ ਜਿਹੜਾ ਸਾਡੇ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ, ਉਹ ਫਿਰ ਅੰਦਰੋਂ ਫਿਰ ਅੰਮ੍ਰਿਤ ਮਿਲ ਜਾਂਦਾ। ਪਰ ਇਹ ਮੈਂ ਅੱਜ ਕਹਿ ਰਿਹਾ ਸੀ, ਇਹ ਬੜੀ ਵੱਡੀ ਮੁਸ਼ਕਲ ਆ। ਮੇਰੇ ਕੋਲ ਕੋਈ ਪ੍ਰੇਮੀ ਆ ਗਿਆ ਤੇ ਉਹ ਕਹਿੰਦਾ ਬਾਬਾ ਜੀ ਨੀਂਦ ਨਹੀਂ ਆਉਂਦੀ। ਲਓ, ਮੈਂ ਬੜੀ ਦਵਾਈ ਦੂਈ ਖਾਧੀ ਆ, ਇਹ ਨੀਂਦ ਨਹੀਂ ਆਉਂਦੀ। ਮੈਂ ਕੋਈ ਨਹੀਂ, ਅਗਲੇ ਐਤਵਾਰ ਆਈ ਵੇਖਾਂਗੇ। ਫਿਰ ਉਹ ਅਗਲੇ ਐਤਵਾਰ ਸਤਸੰਗ ਸੁਣਨ ਆ ਗਿਆ ਸਾਡਾ, ਜਿਹੜਾ ਅਸੀਂ ਕਰਦੇ ਨੇ। ਚਲੋ ਹੁਣ ਤੇ ਲਾਕਡਾਊਨ ਬੰਦ ਹੀ ਸਭ ਕੁਝ ਹੋ ਗਿਆ, ਧਰਮ ਸਥਾਨ ਵੀ ਬੰਦ ਹੋ ਗਏ, ਸਭ ਕੁਝ ਬੰਦ ਹੋ ਗਿਆ। ਉਹ ਅਗਲੇ ਐਤਵਾਰ ਆ ਗਿਆ ਤੇ ਬਹਿ ਗਿਆ ਸੰਗਤ ਵਿੱਚ ਆਣ ਕੇ। ਮੈਂ ਕਥਾ ਕਰਨ ਦਿਆਂ ਤੇ ਉਹ ਸੌਂ ਗਿਆ। ਜਦੋਂ ਕਥਾ ਦੀ ਸਮਾਪਤੀ, ਮੈਂ ਕਿਹਾ ਤੂੰ ਤਾਂ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ, ਤੇ ਤੂੰ ਤੇ ਇੱਥੇ ਆਉਂਦਾ ਹੀ ਸੌਂ ਗਿਆ। ਜਿਹਨੂੰ ਨੀਂਦ ਨਾ ਆਵੇ ਬਸ ਉਹ ਸੰਗਤ ਵਿੱਚ ਬਹਿ ਜਾਓ, ਆਪੇ ਆ ਜਾਣੀ ਹੈ। ਹੁਣ ਇਹ ਤੋਂ ਬਚਣਾ ਕਿਵੇਂ? ਆਤ ਜਾਂਦੀ ਆਪੇ ਹੀ। ਇਹਦਾ ਕੀ ਤਰੀਕਾ ਬਚਣ ਦਾ? ਮਹਾਂਪੁਰਖਾਂ ਨੇ ਫਿਰ ਤੱਤ ਕੱਢੇ ਹੁੰਦੇ ਸਿਆਣਿਆਂ ਨੇ ਵੀ ਕਿਵੇਂ ਬਚਿਆ ਜਾ ਸਕੇ। ਇਸ ਸਤਾਉਂਦੀ ਤਾਂ ਸਾਰਿਆਂ ਨੂੰ ਇਹ ਨੀਂਦ, ਖਾਸ ਕਰਕੇ ਸਿਮਰਨ ਕਰਨ ਲੱਗਿਆ। ਤੇ ਕਿਸੇ ਵਿਦਵਾਨ ਨੇ ਲਿਖਿਆ ਕਿ ਵਕਤ ਕੋ ਵਿਚਾਰ ਲੀਜੇ। ਇਹ ਤੋਂ ਬਚਣ ਦਾ ਇੱਕ ਤਰੀਕਾ ਪਹਿਲਾ ਜਿਹੜਾ ਕਿਸੇ ਮਹਾਂਪੁਰਖ ਨੇ, ਸਿਆਣੇ ਨੇ, ਵਿਦਵਾਨ ਨੇ ਲਿਖਿਆ, ਵਕਤ ਕੋ ਵਿਚਾਰ ਲੀਜੇ, ਵੀ ਸਮੇਂ ਦੀ ਵਿਚਾਰ ਕਰੋ, ਸਮੇਂ ਦੀ ਕਦਰ ਕਰੋ। ਵੀ ਤੁਹਾਨੂੰ ਤੁਸੀਂ ਅੰਮ੍ਰਿਤ ਵੇਲੇ 3 ਵਜੇ 4 ਵਜੇ ਉੱਠਣਾ ਹੈ, ਤੇ ਉਹ ਜਦੋਂ ਤੁਸੀਂ ਉੱਠਣਾ ਹੈ ਨਾ, ਉਹ ਤੋਂ 7 ਘੰਟੇ ਪਹਿਲਾਂ 6 ਘੰਟੇ ਪਹਿਲਾਂ ਸੌਂ ਜਾਓ। ਇਹ ਨਹੀਂ ਕਿ 12 ਵਜੇ ਸੌਂ, 11 ਵਜੇ ਸੌਂ, ਮੁੜ ਕੇ 3-4 ਵਜੇ ਉੱਠ ਕੇ ਗੁਟਕਾ ਫੜ ਲਓ, ਫਿਰ ਤੇ ਚੌਂਕੜਾ ਵੱਜਾ ਰਹਿ ਜਾਣਾ, ਗੁਟਕਾ ਥੱਲੇ ਡਿੱਗ ਪੈਣਾ, ਨੀਂਦ ਆ ਜਾਣੀ। ਵਕਤ ਕੋ ਵਿਚਾਰ ਲੀਜੇ, ਸਮੇਂ ਦੀ ਕਦਰ ਕਰੋ, ਸਮੇਂ ਨਾਲ ਸੌਂ ਜਾਓ। ਤੇ ਕਾਇਆ ਕੋ ਮਾਂਜ ਲੀਜੇ, ਤੇ ਜਦੋਂ ਸਵੇਰੇ ਫਿਰ ਉੱਠਣਾ ਹੈ ਨਾ, ਨੀਂਦ ਪੂਰੀ ਹੋ ਗਈ ਸਰੀਰ ਦੀ, ਤੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ। ਇਹ ਵੀ ਇੱਕ ਨੀਂਦ ਨੂੰ ਭਜਾਉਣ ਦਾ ਤਰੀਕਾ ਹੈ। ਪੁਰਾਣੇ ਮਹਾਂਪੁਰਖ ਜਿਹੜੇ ਜਪ ਕਰਦੇ ਹੁੰਦੇ ਨਾ, ਸਾਧੂ, ਉਹ ਪਾਣੀ 'ਚ ਬਹਿ ਜਾਂਦੇ ਹੁੰਦੇ ਸੀ। ਸਿਆਲ ਦੇ ਵਿੱਚ ਠੰਡੇ ਪਾਣੀ 'ਚ ਬਹਿ ਜਾਣਾ। ਐਵੇਂ ਥੋੜਾ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਆਖਣੇ ਔਖਾ ਸਾਚਾ ਨਾਉ। ਹੋਰ ਸਾਰੇ ਕੰਮ ਕੀਤੇ ਜਾ ਸਕਦੇ ਨੇ, ਹੋ ਸਕਦੇ ਨੇ, ਇੱਕ ਸਿਮਰਨ ਜਪ ਇਹ ਕਰਨਾ ਔਖਾ ਹੈ। ਜੇ ਔਖਾ ਨਾ ਹੁੰਦਾ ਤਾਂ ਸਾਰੇ ਆਪਾਂ ਕਰ ਲੈਂਦੇ। ਇਹ ਤੇ ਵੱਡੇ ਵੱਡੇ ਕਰਨ ਵਾਲੇ ਵੀ ਬਾਹਾਂ ਖੜੀਆਂ ਕਰਕੇ ਵੀ ਇਹ ਨਹੀਂ ਜੇ ਹੁੰਦਾ। ਉਹ ਜਿੱਦਾਂ ਕੋਈ ਮਹਾਂਪੁਰਖ ਸੀ ਨਾ, ਕੋਈ ਤੇ ਆਪਣੇ ਸਥਾਨ ਤੇ ਰਹਿੰਦੇ, ਤੇ ਉਹਦੇ ਲਾਗੇ ਕੋਈ ਦਿਹਾੜੀ ਤੇ ਬੰਦੇ ਲੱਗੇ ਹੋਏ ਸੀ ਕਿਸੇ ਦੇ। ਉਹਨੇ ਆਖਿਆ ਯਾਰ ਇਹ ਬੰਦੇ ਬੜੇ ਉਦਮੀ ਜਾਪਦੇ, ਦੁਪਹਿਰੇ ਵੀ ਏਡੀ ਸਖਤ ਮਿਹਨਤ ਕਰਦੇ, ਧੁੱਪ ਵਿੱਚ ਵੀ। ਤੇ ਇਹ ਜੇ ਇਸ ਪਾਸੇ ਆ ਜਾਣ, ਸਿਮਰਨ ਵਾਲੇ ਪਾਸੇ ਆ ਜਾਂਦੇ, ਬੜੇ ਕਾਮਯਾਬ ਹੋ ਸਕਦੇ, ਕਿਉਂਕਿ ਮਿਹਨਤੀ ਬੰਦੇ ਨੇ। ਉਹਨਾਂ ਮਹਾਂਪੁਰਖਾਂ ਨੇ ਉਹਨਾਂ ਨੂੰ ਆਪਣੇ ਸਥਾਨ ਤੇ ਸੱਦ ਲਿਆ ਵੀ ਸਾਡੇ ਵੀ ਥੋੜੀਆਂ 2-4 ਦਿਹਾੜੀਆਂ ਲਾ ਜਿਓ। ਤੇ ਕਹਿੰਦੇ ਮਹਾਂਪੁਰਖੋ ਦੱਸੋ ਅੱਜ ਦਿਹਾੜੀ ਤੁਹਾਡੇ ਆ ਗਏ ਕੀ? ਕਹਿੰਦੇ ਕੁਛ ਨਹੀਂ, ਸ਼ਾਮੇ ਆਪਾਂ ਕੰਮ ਕਰਨਾ, ਬਹਿ ਜਾਓ ਤੁਸੀਂ, ਜਲ ਪਾਣੀ ਛਕੋ ਪਹਿਲੋਂ। ਜਲ ਪਾਣੀ ਮਹਾਂਪੁਰਖਾਂ ਨੇ ਛਕਾਤਾ। ਉਹਨਾਂ ਆਖਿਆ ਵੀ ਕੁਛ ਨਹੀਂ, ਆਪਾਂ ਸ਼ਾਮੇ ਠੰਡੇ ਠੰਡੇ ਕੰਮ ਕਰਨਾ। ਉਹਨਾਂ ਨੂੰ ਮਹਾਂਪੁਰਖਾਂ ਨੇ ਮਾਲਾ ਫੜਾ ਦੀਆਂ, ਆਖੇ ਬਹਿ ਜਾਓ ਇੱਥੇ, ਤੇ ਕੁਛ ਨਹੀਂ ਕਰਨਾ, ਕਈ ਨਹੀਂ ਚਲਾਉਣੀ, ਇੱਟਾਂ ਨਹੀਂ ਢੋਣੀਆਂ, ਸੀਮਿੰਟ ਨਹੀਂ ਰਲਾਉਣਾ, ਕੁਛ ਨਹੀਂ ਕਰਨਾ। ਇੱਕ ਨੇ ਅੱਗੇ ਬੋਲਣਾ ਰੱਬ ਦਾ ਨਾਂ, ਤੇ ਦੂਜਿਆਂ ਨੇ ਪਿੱਛੇ ਬੋਲਣਾ, ਤੇ ਬੋਲੀ ਜਾਓ।
लो वड्डी मुसीबत खड़ी हो गई। कई वाहनी सौखी आ, टोकरी वाहनी सौखी आ, माला फेरनी औखी आ सब तो। आखने औखा साचा ना। ਉਹ ਜਦੋਂ ਫੇਰਨ ਲੱਗੇ ਮਾਲਾ, ਉਹ ਜਿਹੜੇ ਦਿਹਾੜੀਦਾਰ ਬੰਦੇ ਸੀ, ਜਿਹੜੇ ਮਹਾਂਪੁਰਖਾਂ ਨੇ ਮਾਲਾ ਫੜਾਤੀਆਂ ਵੀ ਅੱਜ ਦਿਹਾੜੀ ਵੀ ਤੁਹਾਨੂੰ ਵੱਧ ਦੇਵਾਂਗੇ ਤੇ ਕੰਮ ਵੀ ਕੋਈ ਨਹੀਂ ਕਰਨਾ, ਬਸ ਇੱਥੇ ਬਹਿ ਕੇ ਰੱਬ ਦਾ ਨਾਮ ਜਪਣਾ। ਉਹ ਥੋੜ੍ਹਾ ਜਿਹਾ ਸਮਾਂ ਲੰਘਿਆ ਤੇ ਉਹਨਾਂ ਦੀਆਂ ਨੀਂਦਾਂ ਆ ਗਈਆਂ ਤੇ ਗੋਡੇ ਗਿੱਟੇ ਦੁਖਣੇ ਸ਼ੁਰੂ ਹੋ ਗਏ ਤੇ ਦਵਾਈ ਰੱਬ ਦੀ ਕਹਿ ਲਓ। ਫਿਰ ਉਹ ਅੱਧਾ ਪੌਣਾ ਘੰਟਾ ਲੰਘਿਆ, ਕਹਿਣ ਲੱਗੇ ਮਹਾਂਪੁਰਖੋ ਜੇ ਕੰਮ ਕੋਈ ਕਰਾਉਣਾ ਤੇ ਕਰਾ ਲਓ, ਆਹ ਕੰਮ ਸਾਡੇ ਕੋਲ ਨਹੀਂ ਜੀ ਹੋਣਾ। ਕਹਿੰਦੇ ਯਾਰ ਤੁਸੀਂ ਤਾਂ ਉੱਥੇ ਧੁੱਪ ਦੇ ਵਿੱਚ ਸਾਰੀ ਦਿਹਾੜੀ ਕਈ ਚਲਾ ਲੈਂਦੇ ਸੀ, ਜਾਂ ਤਾਂ ਛਾਵੇਂ ਬਿਠਾਤਾ, ਤੁਹਾਨੂੰ ਮਾਲਾ ਹੀ ਫੇਰਨੀ ਆ। ਕਹਿੰਦੇ ਕਈ ਤਾਂ ਬੜੀ ਸੌਖੀ ਆ, ਆਹ ਮਾਲਾ ਬੜੀ ਔਖੀ, ਇਹ ਨਹੀਂ ਫਿਰਦੀ। ਜੇ ਕੋਈ ਕੰਮ ਕਰਾਉਣਾ ਤਾਂ ਕਰਾ ਲਓ। ਕਹਿੰਦੇ ਦਿਹਾੜੀ ਤੁਹਾਨੂੰ ਵੱਧ ਦੇਵਾਂਗੇ, ਅੱਜ ਦੀ ਦਿਹਾੜੀ ਤਾਂ ਕਰ ਲਓ। ਇਹ ਕਹਿੰਦੇ ਨਾ, ਦਿਹਾੜੀ ਨਹੀਂ ਸੀ ਤੁਹਾਡੇ ਕੋਲ ਲੈਣੀ ਤੇ ਅਸੀਂ ਚੱਲੇ ਜੇ। ਇਹ ਤਾਂ ਵੱਡਿਆਂ ਨੂੰ ਬਾਹਾਂ ਖੜੀਆਂ ਕਰ ਜਾਂਦੇ ਨੇ, ਆਖਣੇ ਔਖਾ ਸਾਚਾ ਨਾ। ਫਿਰ ਮਹਾਂਪੁਰਖ ਕੀ ਕਰਦੇ ਹੁੰਦੇ ਸੀ ਜਦੋਂ ਇਹ ਨੀਂਦ ਆਉਂਦੀ ਸੀ ਨਾ? ਮੈਂ ਕਹਿ ਰਿਹਾ ਸੀ ਮਹਾਂਪੁਰਖਾਂ ਨੇ ਫਿਰ ਕੋਈ ਵਿਧੀ ਵਿਧਾਨ ਦੱਸੇ ਨੇ ਕਿ ਵਕਤ ਕੋ ਵਿਚਾਰ ਲੀਜੇ, ਕਾਇਆ ਕੋ ਮਾਂਜ ਲੀਜੇ। ਇੱਕ ਪਾਣੀ ਤਰੀਕਾ ਵਾ ਨੀਂਦ ਨੂੰ ਭਜਾਉਣ ਦਾ। ਜੇ ਨੀਂਦ ਆਉਂਦੀ ਆ, ਟੂਟੀ ਥੱਲੇ ਬਹਿ ਜਾਓ, ਸਰੋਵਰ 'ਚ ਬਹਿ ਜਾਓ, ਨਦੀ ਨਾਲੇ 'ਚ ਬਹਿ ਜਾਓ। ਤੇ ਪੁਰਾਣੇ ਮਹਾਂਪੁਰਖ ਪਤਾ ਕੀ ਕਰਦੇ ਹੁੰਦੇ ਸੀ? ਜਿਹੜੇ ਧਿਆਨ ਸਾਧਨਾ ਕਰਦੇ ਹੁੰਦੇ ਸੀ। ਇਹ ਔਖਾ ਕੰਮ ਆ, ਇਹ ਦਿਮਾਗ 'ਤੇ ਬੜਾ ਪ੍ਰੈਸ਼ਰ ਪਾਉਂਦਾ। ਜਦੋਂ ਤੁਸੀਂ ਇਸ ਤਰ੍ਹਾਂ ਸਿਮਰਨ ਕਰਨਾ ਨਾ, ਇੱਦਾਂ ਬਹਿਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿੱਦਾਂ ਜਿਹੜਾ ਕਿਸੇ ਦਾ ਤਰੀਕਾ। ਮੈਂ ਇਹ ਤਰੀਕਾ ਨਹੀਂ ਦੱਸ ਰਿਹਾ ਵੀ ਤੁਹਾਨੂੰ ਇਹ ਤਰੀਕਾ ਹੈ। ਜਿਹੜਾ ਕਿਸੇ ਦਾ ਤਰੀਕਾ, ਕੋਈ ਮੂਲ ਮੰਤਰ ਜਪਦਾ ਹੈ, ਪਰ ਜਪਣਾ ਧਿਆਨ ਅੰਤਰ ਹੋ ਕੇ ਆ। ਇੰਦਰੀ ਬਸ ਕਰ ਸੁਣੋ ਹਰਨਾਮ। ਵੀ ਇਸ ਤਰ੍ਹਾਂ ਅੱਖਾਂ ਨਹੀਂ ਖੁੱਲਣੀਆਂ ਹੋਣੀ ਚਾਹੀਦੀ ਸਿਮਰਨ ਕਰਨਾ ਜਦੋਂ ਨਾ। ਸ਼ਾਂਤ ਚਿੱਤ ਹੋ ਕੇ, ਇਕਾਗਰ ਚਿੱਤ ਹੋ ਕੇ। ਹੁਣ ਪਤਾ ਕੀ ਹੁੰਦੀ ਮੁਸ਼ਕਲ? ਜਦੋਂ ਘਰ ਵਿੱਚ ਖੰਡ ਪਾਠ ਰਖਾਉਂਦੇ ਆ ਨਾ, ਚਲੋ ਹੁਣ ਤਾਂ ਲਾਕਡਾਊਨ ਦਾ ਕਰਕੇ ਭਾਈਆਂ ਦਾ ਵਿਚਾਰਿਆਂ ਦਾ ਕੰਮ ਬੰਦ ਹੋ ਗਿਆ, ਉਹ ਰੋਟੀ ਪਾਣੀ ਵਾਹ ਖਾਂਦੇ ਵਿਚਾਰੇ, ਚੱਲਦਾ ਸੀ ਉਹਨਾਂ ਦਾ। ਪਰ ਰੱਬ ਸਭ ਦਾ ਰਾਖਾ, ਸਾਰਿਆਂ ਨੂੰ ਦੇਈ ਜਾਂਦਾ, ਕੋਈ ਗੱਲ ਨਹੀਂ, ਇਹਦੀ ਫਿਕਰ ਵੀ ਕੋਈ ਕਰਨ ਦੀ ਲੋੜ ਨਹੀਂ। ਅਸੀਂ ਖੰਡ ਪਾਠ ਸਾਹਿਬ ਘਰ ਦੇ ਕਿਹੜੇ ਕਮਰੇ 'ਚ ਰਖਾਉਂਦੇ ਆ? ਜਿਹੜਾ ਰਸੋਈ ਦੇ ਸਾਹਮਣੇ ਹੋਵੇ, ਜਿਹੜਾ ਮਹਾਰਾਜ ਤਾਬਿਆ ਬੈਠਾ ਪਾਠੀ ਗਲੀ ਵਿੱਚ ਵੀ ਵੇਖ ਸਕੇ ਵੀ ਕਿਹੜਾ ਬੰਦਾ ਇੱਧਰ ਨੂੰ ਲੰਘ ਗਿਆ ਤੇ ਕਿਹੜਾ ਇੱਧਰ ਆ ਗਿਆ, ਤੇ ਗਵਾਂਢੀਆਂ ਘਰ ਕਿਹੜਾ ਪ੍ਰਾਹੁਣਾ ਗਿਆ। ਉੱਥੇ ਖੰਡ ਪਾਠ ਰਖਾਉਣੇ ਅਸੀਂ, ਵੀ ਭਾਈ ਸਾਰਿਆਂ ਨੂੰ ਵੇਖ ਸਕੇ ਵੀ ਸਾਡੇ ਘਰ ਪ੍ਰਾਹੁਣਾ ਕਿਹੜਾ ਆ ਗਿਆ ਤੇ ਕਿਹੜਾ ਚਲ ਗਿਆ। ਇਹ ਇੱਦਾਂ ਨਹੀਂ ਖੰਡ ਪਾਠ ਰਖਾਉਣਾ ਚਾਹੀਦਾ। ਘਰ ਦੇ ਉਸ ਕਮਰੇ 'ਚ ਖੰਡ ਪਾਠ ਰਖਾਓ ਜਿੱਥੋਂ ਕੋਈ ਪਰਦੇ ਲੱਗੇ ਹੋਣ, ਕੋਈ ਬਾਹਰੋਂ ਦਿਖੇ ਨਾ, ਤੇ ਨਾ ਅੰਦਰ ਮਹਾਰਾਜ ਤਾਬਿਆ ਬੈਠਾ ਕੋਈ ਬੰਦਾ ਬਾਹਰ ਨੂੰ ਝਾਕ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਸਾਬੂ ਕੀ ਤਲਵੰਡੀ ਖੰਡ ਪਾਠ ਸਾਹਿਬ ਰਖਾਇਆ ਸੀ, ਤੇ 5 ਬੰਦਿਆਂ ਦੀ ਡਿਊਟੀ ਲਾ ਕੇ ਖੰਡ ਪਾਠ ਕਰਾਇਆ ਸੀ। 5 ਪਾਠੀ, 5 ਲਾਗੇ ਬਹਿਣ ਵਾਲੇ ਧੂਫੀਏ, 5 ਲਾਂਗਰੀ, 5 ਸੇਵਾਦਾਰ, ਇੱਦਾਂ ਕਰ ਕੇ ਕੋਈ 20-25 ਬੰਦੇ ਲਾ ਕੇ ਤੇ ਤੰਬੂ ਲਾ ਕੇ, ਤੇ ਅਸੀਂ ਉੱਥੇ ਘਰ ਦੇ ਉਸ ਕਮਰੇ 'ਚ ਖੰਡ ਪਾਠ ਰਖਾਉਣੇ ਜਿੱਥੋਂ ਭਾਈ ਸਾਰੇ ਆਂਢੀਆਂ ਗੁਆਂਢੀਆਂ ਨੂੰ ਵੇਖ ਸਕਦਾ ਹੋਵੇ ਵੀ ਕੌਣ ਆਉਂਦਾ ਤੇ ਕੌਣ ਜਾਂਦਾ। ਤੇ ਉਹ ਕੀ ਹੈ? ਕੱਖ ਨਹੀਂ ਹੈ। ਨਹੀਂ ਇਸ ਤਰ੍ਹਾਂ ਬਹਿਣਾ, ਜੋ ਵੀ ਕਰਨਾ, ਮੂਲ ਮੰਤਰ ਕਰਨਾ। ਇੱਕ ਹੁੰਦਾ ਪਾਠ ਕਰਨਾ, ਪਾਠ ਹੁੰਦਾ ਅੱਖਾਂ ਖੋਲ ਕੇ ਕਰਨਾ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ, ਜੋ ਕਰਦੇ ਅਸੀਂ, ਇਹ ਪਾਠ ਵਾ, ਇਹ ਜਾਪ ਨਹੀਂ ਹੈ। ਜਾਪ ਹੋਰ ਹੁੰਦਾ ਹੈ, ਇਹ ਪਾਠ ਵਾ। ਜਿਹੜਾ ਉਹ ਹਾਰਮੋਨੀ ਤੇ ਕਰਦੇ ਉਹ ਕੀਰਤਨ ਵਾ। ਪਾਠ ਅੱਖਾਂ ਖੋਲ ਕੇ ਕੀਤਾ ਜਾ ਸਕਦਾ ਹੈ, ਪਰ ਜਿਹੜਾ ਜਪ ਸਾਧਨਾ ਵਾ, ਧਿਆਨ ਸਾਧਨਾ, ਉਹ ਅੱਖਾਂ ਖੋਲ ਕੇ ਨਹੀਂ ਕਰਨੀਆਂ, ਬਿਸਤਰਾ ਇਸ ਤਰ੍ਹਾਂ ਅੱਖਾਂ ਬੰਦ ਕਰਕੇ। ਤੇ ਮੈਂ ਕਹਿ ਰਿਹਾ ਸੀ ਜਦੋਂ ਇਸ ਤਰ੍ਹਾਂ ਅਸੀਂ ਕਰਨਾ ਨਾ, ਅੱਖਾਂ ਬੰਦ ਕਰਕੇ ਸਿਮਰਨ ਧਿਆਨ ਕਰਨਾ, ਇਕਾਗਰ ਕਰਨਾ, ਪਹਿਲੀ ਗੱਲ ਤੇ ਮਨ ਦੇ ਵਿੱਚ ਫੁਰਨੇ ਬੜੇ ਨੇ, ਵਿਚਾਰ ਬੜੇ ਨੇ, ਉਹਨੇ ਸਾਨੂੰ ਬੜਾ ਹੀ ਤੰਗ ਕਰਨਾ। ਪਹਿਲੋਂ ਕਰਦੇ ਨੇ, ਮੁੜ ਕੇ ਸਹਿਜੇ ਖਤਮ ਹੁੰਦੇ ਗੁਰੂ ਕਿਰਪਾ ਕਰੇ ਫਰਕ ਪੈ ਜਾਂਦਾ। ਬੰਦ ਤਾਂ ਨਹੀਂ ਹੁੰਦੇ, ਫਰਕ ਪੈ ਜਾਂਦਾ। ਉਹ ਫਿਰ ਮੈਂ ਕਹਿ ਰਿਹਾ ਸੀ ਵੀ ਸਭ ਤੋਂ ਵੱਡੀ ਮੁਸ਼ਕਿਲ ਖੜੀ ਹੋਣੀ ਹੈ ਜਦੋਂ ਇਸ ਤਰ੍ਹਾਂ ਕਰਨਾ, ਤੇ ਸਿਰ ਭਾਰਾ ਹੋ ਜਾਣਾ, ਸਿਰ ਦੁਖਣ ਲੱਗ ਪੈਣਾ,
ਤੇ ਫਿਰ ਪੁਰਾਣੇ ਮਹਾਂਪੁਰਖਾਂ ਨੇ ਇੱਕ ਵਿਧੀ ਵਿਧਾਨ ਬਣਾਇਆ ਸੀ। ਚਲੋ ਹੁਣ ਤੇ ਸਾਡੀ ਸਿੱਖੀ ਵਿੱਚੋਂ ਜਿਹੜਾ ਅਧਿਆਤਮਵਾਦ ਆ ਨਾ, ਸਿੱਖੀ ਕੋਈ ਲੜਨ ਮਰਨ ਦਾ ਨਾਮ ਸਿੱਖੀ ਨਹੀਂ ਹੈ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਇਕੱਠਿਆਂ ਕਰਕੇ ਲੜਾਓ ਤੇ ਮਰਵਾਓ, ਇਹ ਕੋਈ ਸਿੱਖੀ ਨਹੀਂ ਹੈ। ਤੇ ਸਮੇਂ ਬਦਲ ਗਏ ਨੇ, ਹੁਣ ਸਾਨੂੰ ਬਦਲ ਜਾਣਾ ਚਾਹੀਦਾ ਹੈ। लड़ना मरना कोई मजहब नहीं सिखाता, किसी से वैर करना मजहब नहीं सिखाता, किसी से लड़ना। ये धर्मां दा काम नहीं है लड़ना ते मरना ना। इस कुछ लोगों दियां अपनियां ही कोई हुंदियां ने गल्लां जिन्हां नूं ले के लोकी फिर लड़ाउंदे ने मरवाउंदे ने धर्म दे नां ते लोकां नूं। सिक्खी की सी कि जपो ताए को नामा, जपो ताए को ना। ये गुरु नानक दी सिक्खी सी जप, ये गुरु नानक सच्चे पातशाह दी सिक्खी सी। सिमरन साधना, ध्यान साधना, शांति, सर्ब सांझी वालता, सह मेरा एको है भाई, एको है। ਉਹ ਫਿਰ ਕੀ, ਉਹ ਮੈਂ ਕਹਿ ਰਿਹਾ ਸੀ ਅੱਜ ਸਾਡੀ ਸਿੱਖੀ ਵਿੱਚੋਂ ਅਧਿਆਤਮਵਾਦ ਖਤਮ ਹੋ ਗਿਆ। ਜੇ ਕੋਈ ਕਰੋ ਵੀ ਇਸ ਤਰ੍ਹਾਂ ਧਿਆਨ ਕਰੋ, ਲਓ ਜੀ ਇਹ ਤੇ ਯੋਗ ਵਾਰਤਾ ਜੀ। ਸਿੱਖੀ ਚੋਂ ਵੀ ਆ ਗਏ ਨੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਆਓ ਤੁਹਾਨੂੰ ਵਾਜੇ ਸੁਣਾ ਦਿੰਦੇ ਆ, ਤੁਹਾਡੇ ਅੰਦਰ ਆਨੰਦ ਤੂਰੇ ਵੱਜਦੇ ਆ ਜੀ, ਉਹ ਹੁੰਦਾ ਵਾ। ਤੇ ਮੈਂ ਫਿਰ ਉਹਨਾਂ ਲੋਕਾਂ ਨੂੰ ਚੈਲੰਜ ਕਰਦਾ ਹੁੰਦਾ, ਤੁਸੀਂ ਰੱਬ ਨੂੰ ਮਿਲਣਾ ਕਿ ਤੁਸੀਂ ਕੋਈ ਵਾਜੇ ਸੁਣਨੇ ਆ? ਰੱਬ ਵਾਜਿਆਂ ਦੇ ਨਾਲ ਰੱਬ ਦਾ ਕੀ ਮਤਲਬ ਹੈ? ਮਨ ਨੂੰ ਸ਼ਾਂਤ ਕਰਨਾ ਕਿ ਕੋਈ ਵਾਜੇ ਸੁਣਨੇ ਨੇ ਤੁਸਾਂ ਕਾਇਆਂ ਦੇ ਅੰਦਰੋਂ? ਕਮਾਲ ਹੋਈ ਪਈ। ਉਹ ਸਾਡੇ ਗੁਣੀ ਗਿਆਨੀ ਵੀ ਉਹ ਕਹਿ ਦਿੰਦੇ ਨੇ ਜੀ ਵਾਜੇ ਵੱਜਦੇ ਆ ਜੀ। ਉਹ ਵੱਡੇ ਵੱਡੇ ਸਾਡੇ ਨਾਮਵਰ ਜਿਹੜੇ ਕੌਮ ਦੇ ਹੋਏ ਨੇ ਪ੍ਰਚਾਰਕ, ਮੈਂ ਨਾਂ ਨਹੀਂ ਲੈਣਾ, ਉਹ ਵੀ ਕਹਿਣਗੇ ਵਿੱਤ ਮੈਦਾਂ ਦੇ 5 ਵਾਜੇ ਵੱਜਦੇ ਨੇ। ਪਤਾ ਨਹੀਂ ਕਿੱਥੋਂ ਗੱਲਾਂ ਸਿੱਖ ਲੈਂਦੇ ਨੇ। ਉਹ ਵਾਜੇ ਨਹੀਂ ਸੁਣਨੇ ਭਾਈ, ਕੋਈ ਬਿੰਡੇ ਨਹੀਂ ਸੁਣਨੇ। ਉਹ ਗਿਆਨੀ ਤੁਹਾਨੂੰ ਕਹੀ ਜਾਂਦੇ ਨੇ ਵਾਜੇ ਸੁਣੋ। ਕੀ 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 ਹੋਊਗਾ ਤੁਹਾਨੂੰ ਵਾਜੇ ਸੁਣਨਾ? ਚਲੋ ਤੁਸੀਂ ਫਰਜ਼ ਕਰ ਲਓ ਸਰੀਰ ਅੰਦਰ ਕੋਈ ਵਾਜਾ ਸੁਣ ਵੀ ਲੈਂਦੇ ਹੋ, ਇਹਦੇ ਨਾਲ ਕੀ ਹੋਣਾ? ਕੱਖ ਨਹੀਂ ਹੋਣਾ। ਉਹ ਵਾਜਾ ਨਹੀਂ ਕੋਈ ਸੁਣਨਾ ਭਾਈ, ਅੰਦਰੋਂ ਸ਼ਾਂਤ ਹੋ ਕੇ ਰੱਬ ਨੂੰ ਖੋਜਣਾ। ਤੇ ਖੋਜਣ ਦੇ ਨਾਲ ਕੋਈ ਵਾਜਿਆਂ ਵੂਜਿਆਂ ਦਾ ਕੋਈ ਮਤਲਬ ਨਹੀਂ ਹੈ। ਜਿਹੜੇ ਵਾਜੇ ਆ ਇਹਨਾਂ ਦਾ ਉਹ ਯੋਗ ਮਾਤਾ ਸਾਡਾ ਨਹੀਂ ਆ। ਮੈਂ ਕਹਿ ਰਿਹਾ ਸੀ ਵੀ ਉਹ ਮਹਾਂਪੁਰਖਾਂ ਨੇ ਫਿਰ ਮਰਜ਼ਾਦਾਂ ਬਣਾਈਆਂ। ਇਹ ਤੇ ਨੀਂਦ ਆਵੇ ਨਾ ਤੇ ਪਾਣੀ 'ਚ ਬਹਿ ਜਾਣਾ। ਤੇ ਇੱਕ ਹੋਰ ਮਰਜ਼ਾਦਾ ਸੀ ਮਹਾਂਪੁਰਖਾਂ ਦੀ, ਜਿੱਥੇ ਕੋਈ ਨਦੀ ਨਾਲਾ ਨਹੀਂ ਸੀ ਹੁੰਦਾ, ਉਹ ਕੀ ਕਰਦੇ ਸੀ, ਉੱਚੇ ਥਾਂ ਤੇ ਰੁੱਖ ਦੇ ਉੱਤੇ ਜਾਂ ਕਿਸੇ ਉੱਚੀ ਜਗ੍ਹਾ ਤੇ ਇੱਕ ਵੱਡਾ ਸਾਰਾ ਮੱਟ ਬੰਨ੍ਹ ਲੈਣਾ, ਘੜਾ ਬੰਨ੍ਹ ਲੈਣਾ, ਉਹਦੇ ਥੱਲੇ ਛੋਟਾ ਜਿਹਾ ਸਰਾਖ ਕਰ ਲੈਣਾ ਤੇ ਉਹਨੂੰ ਪਾਣੀ ਨਾਲ ਭਰ ਲੈਣਾ। ਚੇਲਿਆਂ ਨੇ ਭਰੀ ਜਾਣਾ ਤੇ ਮਹਾਂਪੁਰਖਾਂ ਨੇ ਥੱਲੇ ਇਸ ਤਰ੍ਹਾਂ ਬੈਠੇ ਰਹਿਣਾ ਧਿਆਨ ਕਰਦੇ ਹੋ। ਇਹ ਪਾਣੀ ਦਾ ਤੇ ਧਿਆਨ ਦਾ ਬੜਾ ਸੰਬੰਧ ਆ, ਅਗਨੀ ਦਾ ਤੇ ਧਿਆਨ ਦਾ ਬੜਾ ਸੰਬੰਧ ਆ। ਪੁਰਾਣੇ ਸਮੇਂ ਜਾਂ ਲੋਕੀ ਫਿਰ ਅਗਨੀ ਬਾਲ ਕੇ ਧਿਆਨ ਸਾਧਨਾ ਕਰ ਦਿੰਦੇ ਸੀ। ਤੁਸੀਂ ਕਰਕੇ ਵੇਖ ਲੈਣਾ, ਇਹ ਗੱਲਾਂ ਤੇ ਸ਼ੱਕ ਨਾ ਕਰਨਾ। ਪਾਣੀ ਦਾ ਤੇ ਅਗਨੀ ਦਾ, ਜਿਹਨੇ ਧਿਆਨ ਸਾਧਨਾ ਕਰਨੀ ਹੋਵੇ, ਚਿੱਤ ਨੂੰ ਕਾਗਰ ਕਰਨਾ ਹੋਵੇ, ਉਹ ਪੁਰਾਣੇ ਸਮੇਂ ਮਹਾਂਪੁਰਖ ਫੇ ਕੀ ਕਰਦੇ ਸੀ ਵੀ ਜਦੋਂ ਨੀਂਦ ਨੇ ਸਤਾਉਣਾ ਤਾਂ ਲਾਗੇ ਅੱਗ ਬਾਲ ਲੈਣੀ। ਹੁਣ ਸੇਕ ਪੈਂਦਾ, ਨੀਂਦ ਕਿੱਥੋਂ ਆ ਜੂ? ਐਵੇਂ ਥੋੜਾ ਭਾਈ ਗੁਰਦਾਸ ਨੇ ਲਿਖਿਆ ਵੀ ਰੇਤ ਆਕਿਆ ਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਅੱਗੇ ਚੱਲ ਕੇ ਮੈਂ ਦੱਸੂਗਾ ਵੀ ਵਿਛਾਉਣਾ ਵੀ ਕਿੱਦਾਂ ਦਾ ਹੋਣਾ ਚਾਹੀਦਾ, ਥੱਲੇ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹ ਕਠਿਨ ਵਾ ਕੰਮ, ਇਹ ਸਾਰੇ ਨਹੀਂ ਕਰ ਸਕਦੇ। ਹਾਂ ਮਰਜ਼ਾਦਾ ਨੇ ਮਹਾਂਪੁਰਖਾਂ ਨੇ। ਫਿਰ ਮਹਾਂਪੁਰਖ ਕੀ ਕਰਦੇ ਸੀ, ਮੈਂ ਕਹਿ ਰਿਹਾ ਸੀ, ਉੱਤੇ ਫਿਰ ਪਾਣੀ ਪਈ ਜਾਣਾ ਸਿਰ 'ਚ ਥੋੜਾ ਥੋੜਾ, ਤੇ ਮਹਾਂਪੁਰਖਾਂ ਨੇ ਥੱਲੇ ਬੈਠ ਕੇ ਇਹਦਾ ਚੌਂਕੜਾ ਮਾਰ ਕੇ ਕੋਈ ਧਿਆਨ ਸਾਧਨਾ, ਕੋਈ ਜਪ ਸਾਧਨਾ ਕਰਦੇ ਰਹਿਣਾ। ਹੁਣ ਤਾਂ ਚਲੋ ਰੱਬ ਦੀ ਕਿਰਪਾ, ਟੂਟੀ ਖੋਲ ਕੇ ਥੱਲੇ ਬਹਿ ਜਾਓ ਤੇ ਘੜੇ ਭਰਨ ਦੀ ਵੀ ਲੋੜ ਨਹੀਂ, ਤੇ ਬਹਿੰਦਾ ਵੀ ਕੋਈ ਨਹੀਂ। ਹੁਣ ਰੱਬ ਨੇ ਇੰਨੀਆਂ ਸੁੱਖ ਸਹੂਲਤਾਂ 'ਚ ਮੰਦਾ ਫਸ ਗਿਆ ਵਾ, ਹੁਣ ਇਹ ਸਿਰਜਣਹਾਰ ਨੂੰ ਹੀ ਭੁਲਾ ਛੱਡਿਆ। ਭਾਈ ਗੁਰਦਾਸ ਨੇ ਲਿਖਿਆ ਕਿ ਸਾਹੋਂ ਵਿਛੜਿਆ ਵਣਜਾਰਾ, ਦਾਤ ਪਿਆਰੀ ਵਿਸਰਿਆ ਦਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਤਾਈਓ ਤਾਂ ਹੁਣ ਕੋਈ ਧਿਆਨ ਸਾਧਨਾ ਨਹੀਂ ਕਰਦਾ, ਕਿਉਂਕਿ ਉਹ ਕਾਇਦੇ ਕਾਨੂੰਨ ਪਰਾਉਣੇ ਪੈਂਦੇ ਨੇ, ਪਾਣੀਆਂ 'ਚ ਬਹਿਣਾ ਪੈਂਦਾ, ਉਹਦਾ ਨੀਂਦ ਸਤਾਉਂਦੀ ਆ।
ਤੇ ਉਹ ਮਹਾਂਪੁਰਖ ਲਿਖਦੇ ਨੇ ਕਿ ਵਕਤ ਕੋ ਵਿਚਾਰ ਲੀਜੇ ਕਾਇਆ ਕੋ ਮਾਂਜ ਲੀਜੇ। ਸਭ ਤੋਂ ਪਹਿਲਾਂ ਪਾਣੀ 'ਚ ਬਹੋ, ਇਸ਼ਨਾਨ ਕਰੋ ਜੇ ਨੀਂਦ ਤੋਂ ਬਚਣਾ। ਤੇ ਪੁਰਾਣੇ ਸਮੇਂ ਜਿਹੜੇ ਮਹਾਂਪੁਰਖ ਹੁੰਦੇ ਸੀ ਨਾ, ਉਹ ਜਦੋਂ ਨੀਂਦ ਆਉਣੀ ਫਿਰ ਪਾਣੀ ਮਾਰ ਲੈਣਾ ਅੱਖਾਂ ਤੇ, ਪਾਠ ਕਰਦਿਆਂ ਸਿਮਰਨ ਕਰਦਿਆਂ। ਜਦੋਂ ਨੀਂਦ ਨੇ ਸਤਾਉਣਾ ਫਿਰ ਅੱਖਾਂ ਨੂੰ ਧੋ ਲੈਣਾ, ਫਿਰ ਨੀਂਦ ਭੱਜ ਜਾਣੀ, ਕਿਉਂਕਿ ਨੀਂਦ ਅੱਖਾਂ 'ਚ ਹੀ ਆਉਣੀ ਆ, ਮੂੰਹ 'ਚ ਨਹੀਂ ਆਉਣੀ, ਅੱਖਾਂ 'ਚ ਆਉਣੀ ਹੈ ਨੀਂਦ। ਤੇ ਮੈਂ ਕਹਿ ਰਿਹਾ ਜਦੋਂ ਪ੍ਰੇਮ ਆ ਜਾਂਦਾ ਫਿਰ ਨੀਂਦ ਆਪੇ ਭੱਜ ਜਾਂਦੀ ਹੈ। ਉਹ ਫਿਰ ਮਹਾਂਪੁਰਖ ਕਹਿੰਦੇ ਨੇ ਕਿ ਵਕਤ ਕੋ ਵਿਚਾਰ ਲੀਜੇ ਕਾਇਆ ਕੋ ਮਾਂਜ ਲੀਜੇ। ਅਗਲਾ ਉਹਨਾਂ ਨੇ ਗੱਲ ਹੋਰ ਦੱਸੀ ਵੀ ਜੇ ਤੁਸੀਂ ਨੀਂਦ ਤੋਂ ਬਚਣਾ ਤਾਂ, ਨਹੀਂ ਤੇ ਹੁਣ ਜੋ ਰੋਟੀ ਪਾਣੀ ਛਕੋ, ਮੌਜਾਂ ਕਰੋ, ਕੀ ਲੈਣਾ ਸਿਮਰਨ ਕਰਕੇ, ਸਾਧਨਾ ਕਰਕੇ। ਰੱਬ ਨੇ ਸਭ ਕੁਝ ਦੇ ਦਿੱਤਾ, ਹੁਣ ਕੀ ਲੋੜ ਆ। ਸਭ ਕੁਝ ਹੁੰਦਿਆ ਹੋਇਆ ਮਨੁੱਖ ਦੁਖੀ ਬੈਠਾ ਹੋਇਆ ਵਾ, ਇਹ ਵੀ ਗੱਲ ਨਾਲ ਹੈ। ਅਗਲਾ ਬਚਨ ਸੀ ਮਹਾਂਪੁਰਖਾਂ ਦਾ ਕਿ ਅੰਨ ਪਾਣੀ ਕੋ ਬੰਧੇਜ ਕੀਜੇ। ਜਦੋਂ ਇਹ ਕੰਮ ਕਰਨਾ, ਨਾ ਰੋਟੀ ਖਾਧੀ ਹੋਵੇ ਤੇ ਨਾ ਪਾਣੀ ਪੀਤਾ ਹੋਵੇ, ਜਦੋਂ ਸਿਮਰਨ ਕਰਨਾ ਹੈ ਜਾਂ ਸੰਗਤ ਵਿੱਚ ਆਉਣਾ, ਨਾ ਪਾਣੀ ਪੀ ਕੇ ਆਉਣਾ ਤੇ ਨਾ ਰੋਟੀ ਖਾ ਕੇ ਆਉਣੀ। ਤੇ ਜਿੱਥੇ ਸਾਡੇ ਸਤਸੰਗ ਚੱਲਦੇ ਆ, ਪਿੰਡਾਂ ਜਦੋਂ ਪ੍ਰੋਗਰਾਮ ਹੁੰਦੇ ਆ, ਤੇ ਜਿੱਥੇ ਸਤਸੰਗ ਦਾ ਮੇਨ ਗੇਟ ਹੁੰਦਾ, ਉੱਥੇ ਸਾਡੇ ਵਰਗੇ ਥਾਲੀਆਂ ਲੈ ਕੇ ਖਲੋਤੇ ਹੁੰਦੇ, ਪ੍ਰਸ਼ਾਦਾ ਜ਼ਰੂਰ ਛਕੋ ਜੀ, ਜ਼ਰੂਰ ਛਕੋ। ਇਹ ਸਾਡੇ ਜਿਹੜੇ ਕੀਰਤਨ ਵਾ, ਇਹ ਲੰਗਰ ਦੀ ਭੇਟਾ ਹੀ ਚੜ ਗਏ ਆ, ਹੈ ਨਹੀਂ ਕੁਛ ਇਹਨਾਂ 'ਚ ਹੁਣ। ਕੀ ਗੋਲੀਬਾਜ਼ ਚੱਲੀ ਜੇ ਘੰਟਾ ਕੀਰਤਨ ਸੁਣ ਕੇ, ਕੋਈ ਪਾਠ ਸੁਣ ਕੇ ਤੇ ਫੇਰ ਲੰਗਰ ਖਾ ਲੂ, ਕੀ ਗੋਲੀਬਾਜ਼ ਚੱਲੀ ਆ। ਜਿਹੜਾ 1 ਘੰਟਾ ਲੰਗਰ ਦਾ ਤਿਆਗ ਨਹੀਂ ਕਰ ਸਕਦਾ, ਉਹ ਕੀ ਲਊ ਗੁਰੂ ਦਰਬਾਰ ਵਿੱਚ ਬਹਿ ਕੇ। ਤੇ ਮਹਾਂਪੁਰਖ ਕਹਿੰਦੇ ਨੇ ਅੰਨ ਪਾਣੀ ਕੋ ਬੰਧੇਜ ਕੀਜੇ, ਵਕਤ ਕੋ ਵਿਚਾਰ ਲੀਜੇ। ਦੂਸਰਾ ਕੰਮ ਕਾਇਆ ਕੋ ਸਾਧ ਮਾਂਜ ਲੀਜੇ। ਇਹ ਨਹੀਂ ਵੀ ਇੱਥੇ ਆਣ ਕੇ ਕੋਈ ਖੁਰਕੀ ਜਾਵੇ ਤੇ ਮੈਲ ਲੱਗੀ ਹੋਵੇ, ਨਾ, ਇਸ਼ਨਾਨ ਕਰਕੇ ਐ ਕਾਇਆ ਨੂੰ ਸ਼ੁੱਧ ਕਰੋ, ਪਹਿਲਾਂ ਮਾਂਜੋ। ਜਿੱਦਾਂ ਕਹਿੰਦੇ ਨਿਹੰਗਾਂ ਦੇ ਬਾਟੇ ਵਾਂਗੂ ਮਾਂਜ ਲਓ ਇਹਨਾਂ ਨੂੰ। ਹੁਣ ਜਿੱਦਾਂ ਉਹ ਨਿਹੰਗ ਸਿੰਘ ਬਾਟਾ ਆਮ ਬੰਦਾ ਨਹੀਂ ਮਾਂਜ ਸਕਦਾ। ਤੋ ਉਹ ਕਹਿੰਦੇ ਨੇ ਅੰਨ ਪਾਣੀ ਕੋ ਬੰਧੇਜ ਕੀਜੇ। ਜਦੋਂ ਸਿਮਰਨ ਕਰਨਾ ਜਾਂ ਜਦੋਂ ਪਾਠ ਕਰਨਾ ਜਾਂ ਸੰਗਤ ਵਿੱਚ ਆਉਣਾ, ਪਾਣੀ ਪੀ ਕੇ ਨਹੀਂ ਆਉਣਾ। ਇੱਥੇ ਬਾਹਰ ਛਪੀਲਾਂ ਲਾਈਆਂ ਹੁੰਦੀਆਂ ਜੀ, ਠੰਡੇ ਮਿੱਠੇ ਪਾਣੀ ਪੀਓ ਜੀ, ਲੰਗਰ ਖਾਓ ਜੀ। ਹਜ਼ਾਰਾਂ ਰੁਪਈਆ ਖਰਚ ਕਰਕੇ ਸੰਗਤ ਦਾ ਇਕੱਠ ਕਰਦੇ ਨੇ, ਉਹ ਲੰਗਰ ਦੀ ਭੇਟਾ ਹੀ ਚੜ ਜਾਂਦਾ ਸਭ ਕੁਝ। ਮੈਂ ਕਰੀ ਉੱਥੇ ਕਥਾ ਕਰਨ ਗਿਆ ਇੱਧਰ ਕਾਦੀਆਂ ਵਾਲੇ ਪਾਸੇ, ਤੇ ਉਹਨਾਂ ਨੇ ਇੱਕ ਮਰਜ਼ਾਦਾ, ਮੈਨੂੰ ਉੱਥੇ ਬੜਾ ਆਨੰਦ ਆਇਆ ਕਥਾ ਕੀਰਤਨ ਕਰਨ ਦਾ। ਉਹ ਲੰਗਰ ਉਹਨਾਂ ਨੇ ਗੁਰਦੁਆਰੇ ਤੋਂ ਹਟਵਾ ਕਿਸੇ ਦੇ ਘਰ ਤਿਆਰ ਕੀਤਾ। ਰਾਤ ਦਾ ਪ੍ਰੋਗਰਾਮ ਸੀ 8 ਤੋਂ 10, ਰਾਮਪੁਰ ਪਿੰਡ ਆ ਸ਼ਾਇਦ, ਉੱਥੇ ਕਾਦੀਆਂ ਲਾਗੇ। ਗੁਰਦੁਆਰੇ ਲੰਗਰ ਨਹੀਂ ਪਕਾਇਆ, ਕਿਸੇ ਦੇ ਘਰ ਹਟਵਾ ਤਿਆਰ ਕੀਤਾ। ਤੇ 8 ਤੋਂ 10 ਸਿੰਘ ਪਹਿਰੇ ਤੇ ਵਰੇ, ਕੋਈ ਉੱਠਿਆ ਨਹੀਂ। 10 ਵਜੇ ਭੋਗ ਪਾਇਆ ਤੇ ਫਿਰ ਲੰਗਰ ਖੋਲਿਆ ਤੇ ਐ ਸੰਗਤ ਜੁੜੀ ਰਹੀ। ਕੋਈ ਬੋਲਣ ਵਾਲੇ ਨੂੰ ਵੀ ਮਜ਼ਾ ਆ ਗਿਆ, ਆਨੰਦ ਆ ਗਿਆ, ਸੁਣਨ ਵਾਲੇ ਦੇ ਕੋਈ ਪੱਲੇ ਪੈ ਗਿਆ। ਤੇ ਜੇ ਉੱਥੇ ਚਮਚੇ ਖੜਕਾਈ ਜਾਣ, ਆਪਣੇ ਥਾਲੀਆਂ ਖੜਕਾਈ ਜਾਣਗੇ, ਨਾ ਰੱਖ ਲਾਂਗੇ ਕੀਰਤਨ ਦਰਬਾਰ, ਤੇ ਪ੍ਰੋਗਰਾਮ ਖਾਣ ਪੀਣ ਦਾ ਕੀਤਾ ਹੁੰਦਾ, ਨਾ ਕੀਰਤਨ ਦਾ। ਐਵੇਂ ਸਮਾਂ ਬਰਬਾਦ, ਪੈਸੇ ਬਰਬਾਦ ਕਰਦੇ ਹੁੰਦਾ, ਕੱਖ ਨਹੀਂ ਇਹਨਾਂ ਕੰਮਾਂ ਨਾਲ। ਉਹ ਮਹਾਂਪੁਰਖ ਕਹਿੰਦੇ ਅੰਨ ਪਾਣੀ ਕੋ ਬੰਧੇਜ ਕੀਜੇ। ਜਦੋਂ ਸੰਗਤ ਵਿੱਚ ਆਉਣਾ, ਸਿਮਰਨ ਕਰਨਾ ਹੈ, ਇਹ ਪਾਣੀ ਵੀ ਨਹੀਂ ਪੀਣਾ ਤੇ ਰੋਟੀ ਵੀ ਨਹੀਂ ਖਾਣੀ। ਆ ਵੇਖ ਹੀ ਲੈਂਦੇ, ਤੁਸੀਂ ਵੇਖਦੇ ਕਰਾਉਂਦੇ ਹੋ ਪ੍ਰੋਗਰਾਮ, ਤੁਸੀਂ ਵੀ ਸੁਣਨ ਵਾਲੇ ਹੋ। 9 ਵਜੇ ਲੋਕੀ ਆਉਂਦੇ ਆ ਲੰਗਰ ਖਾ ਕੇ, 9:30 ਵਜੇ ਪੰਡਾਲ ਖਾਲੀ ਪਿਆ ਹੁੰਦਾ, ਭਾਈ ਹੋਣੀ ਜਾਂ 10 ਬੰਦੇ ਬੈਠੇ ਹੁੰਦੇ। ਉਹ ਜਿਹਨੇ ਹੁਣ ਲੰਗਰ ਖਾ ਲਿਆ, ਖੀਰ ਖਾ ਲਈ, ਕੜਾਹ ਖਾ ਲਿਆ, ਪਾਣੀ ਪੀ ਲਿਆ, ਉਹ ਸੰਗਤ ਵਿੱਚ ਕਿਵੇਂ ਬਹਿ ਲੂਗਾ? ਉਹਦੇ ਕੋਲ ਤਾਂ ਬੈਠਾ ਨਹੀਂ ਜਾਣਾ। ਤੇ ਅਸੀਂ ਪਹਿਲੋਂ ਪ੍ਰਬੰਧ ਕਰ ਦਿੰਦੇ ਵੀ ਉਹਨਾਂ ਦੇ ਲੰਗਰ ਦਾ ਤੇ ਪਾਣੀ ਦਾ ਇਹ ਪੀ ਲੈਣ, ਮੁੜ ਕੇ ਸੰਗਤ 'ਚ ਬੈਠਿਆ ਨਹੀਂ ਜਾਂਦਾ। ਤੇ ਜੇ 2 ਘੰਟੇ ਨਾ ਵੀ ਇੱਕ ਦਿਨ ਅਸੀਂ ਸਾਲ ਵਿੱਚ ਖਾਵਾਂਗੇ, ਜਿੱਦਣ ਕੋਈ ਕੀਰਤਨ ਦਰਬਾਰ ਕਰਾਉਣੇ, ਤੇ ਮਰਤ ਨਹੀਂ ਚੱਲੇ ਲੰਗਰ ਤੋਂ ਬਿਨਾਂ। ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿਣ ਵਾਲੇ ਸਿੰਘ 8-8 ਮਹੀਨੇ ਹੀ ਬੈਠੇ ਰਹੇ ਸੀ ਭੁੱਖੇ, ਤੇ ਆਏ ਕੀ ਹੋ ਗਿਆ ਸੀ? ਨਾ
ਤਾਈਓ ਤੇ ਕੀਤਾ ਤੇ ਬੜਾ ਕੁਝ ਜਾ ਰਿਹਾ ਤੇ ਹੋ ਕੁਝ ਨਹੀਂ ਰਿਹਾ। ਲੱਖਾਂ ਰੁਪਇਆ ਕੀਰਤਨ ਦਰਬਾਰ ਤੇ ਵੀ ਖਰਚ ਦਿੰਨੇ ਆ, ਕੋਈ ਸੁਣਦਾ ਹੀ ਨਹੀਂ। ਜਦ ਲੰਗਰ ਨਾਲ ਹੀ ਢਿੱਡ ਭਰ ਲਿਆ ਤੇ ਹੁਣ ਉੱਥੇ ਸੁਣੂਗਾ ਕੌਣ? ਉੱਥੇ ਕੋਈ ਬਹਿ ਜਾਂਦਾ ਤੇ ਨੀਂਦ ਆ ਜਾਂਦੀ, ਉੱਠ ਕੇ ਘਰਾਂ ਨੂੰ ਤੁਰ ਜਾਂਦੇ। ਨਾ ਨਾ, ਅੰਨ ਪਾਣੀ ਕੋ ਬੰਦੇਜ ਕੀਜੇ, ਆਸਣ ਕੋ ਸਾਧ ਲੀਜੇ। ਅਗਲੀ ਜਿਹੜੀ ਗੱਲ ਉਹਨਾਂ ਨੇ ਕਿਹਾ, ਮੈਂ ਅੱਜ ਦਾ ਵਿਸ਼ਾ ਸੀ ਨੀਂਦ ਕਿਉਂ ਆਉਂਦੀ ਹੈ ਤੇ ਇਸ ਤੋਂ ਕਿਵੇਂ ਬਚਿਆ ਜਾਵੇ, ਇਹ ਸਾਡਾ ਵਿਸ਼ਾ ਅੱਜ ਜਿੱਤੇ ਮੈਂ ਬੋਲ ਰਿਹਾ। ਤੇ ਆਸਣ ਕੋ ਸਾਧ ਲੀਜੇ ਤੇ ਐ ਪਦਮ ਆਸਨ ਚੌਂਕੜਾ ਮਾਰ ਕੇ ਇਸ ਤਰ੍ਹਾਂ ਬੈਠਣਾ। ਐ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਇਕਾਗਰ ਚੀਤ। ਸਰੀਰ ਨੂੰ ਸਾਵਧਾਨ ਰੱਖਣਾ ਹੈ ਤੇ ਚਿੱਤ ਨੂੰ ਇਕਾਗਰ ਕਰਨਾ ਹੈ। ਇਹ ਤਰੀਕਾ ਸੰਗਤ ਵਿੱਚ ਬਹਿਣ ਦਾ। ਇੱਥੇ ਢੋਆਂ ਲਾ ਕੇ ਗੁਰਦੁਆਰੇ ਬਹਿ ਜਾਂਦੇ ਨੇ, ਕੋਈ ਲੱਤਾਂ ਪਸਾਰ ਕੇ ਬਹਿ ਜਾਂਦੇ ਨੇ। ਨਾ ਨਾ, ਚੌਂਕੜਾ ਮਾਰਨਾ, ਭਾਵੇਂ ਅੱਧਾ ਘੰਟਾ ਬੈਠੋ, ਭਾਵੇਂ 20 ਮਿੰਟ ਬੈਠੋ, ਭਾਵੇਂ ਘੰਟਾ ਬੈਠੋ, ਚੌਂਕੜਾ ਮਾਰ ਕੇ ਤੇ ਢੋ ਲਾ ਕੇ ਨਹੀਂ ਬਹਿਣਾ। ਮੈਨੂੰ ਇੱਕ ਵਾਰੀ ਬੜੀ ਗੱਲ ਚੇਤੇ ਆ ਗਈ ਪੁਰਾਣੀ, ਇਹ ਮਹਾਂਪੁਰਖਾਂ ਦੀਆਂ ਮਾਰਾਂ ਖਾਧੀਆਂ ਹੋਣ ਨਾ ਤਾਂ ਫਿਰ ਜ਼ਿੰਦਗੀ 'ਚ ਕੰਮ ਆਉਂਦੀਆਂ ਭਾਈ। ਉਹ ਜਿਨ੍ਹਾਂ ਮਹਾਂਪੁਰਖਾਂ ਦੀ ਉੱਥੇ ਦਾਸ ਸੰਗਤ ਕਰਦਾ ਸੀ ਅੰਮ੍ਰਿਤਸਰ, ਤੇ ਉਹ ਮਹਾਂਪੁਰਖ 5-5 6-6 ਘੰਟੇ ਕੀਰਤਨ ਸੁਣਦੇ ਹੁੰਦੇ ਸੀ ਦਰਬਾਰ ਸਾਹਿਬ ਦਾ। ਇਹ 1990 ਦੀ ਗੱਲ ਹੈ। ਉਦੋਂ ਸੰਗਤਾਂ ਨਹੀਂ ਸੀ ਹੁੰਦੀਆਂ ਉੱਥੇ, ਤੇ ਬੜਾ ਸ਼ਾਂਤਮਈ ਮਾਹੌਲ ਹੁੰਦਾ ਸੀ। ਰਾਤ ਨੂੰ ਵੀ ਦਿਨੇ ਵੀ ਵੇਲ ਹੀ ਹੁੰਦਾ ਸੀ, ਕੋਈ ਵੰਝ ਵੁੰਝ ਨਹੀਂ ਲਾ ਕੇ ਸੰਗਤਾਂ ਜਾਂਦੀਆਂ ਅੱਗੇ ਵੀ ਵੰਝ ਲੱਗਾ, ਸਿੱਧਾ ਹੀ ਜਾਣਾ ਮੱਥਾ ਟੇਕ ਕੇ ਤੇ ਗੁਰੂ ਚਰਨਾਂ 'ਚ ਬਹਿ ਜਾਣਾ। ਚਲੋ ਹੁਣ ਤੇ ਜੋ ਸਿਸਟਮ ਧਰਨ ਮੈਂ ਨਾ ਹੀ ਕੋਈ ਕਿੰਤੂ ਪਰੰਤੂ ਕਰਾਂ। ਉਹ 6-6 ਘੰਟੇ ਮਹਾਂਪੁਰਖ ਰਾਗੀਆਂ ਦੇ ਸਾਹਮਣੇ ਬੈਠ ਕੇ ਕੀਰਤਨ ਸੁਣਦੇ ਹੁੰਦੇ ਸੀ। ਤੇ ਉਹ ਮਹਾਂਪੁਰਖ ਤਿਆਗੀ ਵਿਰਾਗੀ ਸੀ, ਭੋਰਿਆਂ 'ਚ ਬਹਿ ਕੇ, ਗੁਫਾ 'ਚ ਬਹਿ ਕੇ ਉਹਨਾਂ ਨੇ ਤਪ ਕੀਤੇ ਸੀ। ਤੇ ਉਹ ਕਹਿੰਦੇ ਸੀ ਵੀ ਜਿਹੜਾ ਧਿਆਨ ਦੇ ਵਿੱਚ ਧਿਆਨ ਇਕਾਗਰ ਦਰਬਾਰ ਸਾਹਿਬ ਦੇ ਕੀਰਤਨ ਨਾ ਹੋਇਆ ਨਾ, ਜੋ ਪ੍ਰਾਪਤੀ ਦਰਬਾਰ ਸਾਹਿਬ ਦੇ ਅੰਦਰੋਂ ਬੈਠ ਕੇ ਕੀਰਤਨ ਸੁਣਦੇ ਨਾਲ ਹੋਈ, ਅਸੀਂ ਗੁਫਾ 'ਚ ਵੀ ਬੈਠੇ ਨੇ, ਗੁਫਾ 'ਚ ਵੀ ਨਹੀਂ ਉਹ ਚਿੱਤ ਇਕਾਗਰ ਹੋਇਆ ਜਿੰਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਦੇ ਅੰਦਰ ਬੈਠ ਕੇ ਕੀਰਤਨ ਸੁਣਨ ਦੇ ਨਾਲ ਚਿੱਤ ਇਕਾਗਰ ਹੋਇਆ। ਮੈਂ ਕਹਿ ਰਿਹਾ ਸੀ ਵੀ ਕਈ ਢੋਆਂ ਲਾ ਕੇ ਬਹਿ ਜਾਂਦੇ ਨੇ, ਲੱਤਾਂ ਪਸਾਰ ਕੇ ਬਹਿ, ਇਹ ਗੁਰਮਤਿ ਨਹੀਂ ਹੈ। ਨਹੀਂ ਬੈਠਣਾ ਨਾ ਬੈਠੋ। ਹੁਣ ਤੇ ਚਲੋ ਗੁਰਦੁਆਰਿਆਂ ਦੇ ਕੁਰਸੀਆਂ ਵੀ ਰੱਖ ਦਿੱਤੀਆਂ, ਸੋਫੇ ਵੀ ਲਾ ਦਿੱਤੇ ਆ। ਨਾ ਨਾ, ਉਹ ਫਿਰ ਮਹਾਂਪੁਰਖ 6-6 ਘੰਟੇ ਬੈਠ ਕੇ ਦਰਬਾਰ ਸਾਹਿਬ ਦਾ ਕੀਰਤਨ ਸੁਣਦੇ, ਤੇ ਸਾਨੂੰ ਵੀ ਉਹ ਕਹਿੰਦੇ ਨੇ ਕੀਰਤਨ ਸੁਣੋ, ਤੇ ਦਾਸ ਵੀ ਕੋਈ 5-5 ਕਿਰਪਾ ਨਾਲ ਸੁਣਦੇ ਹੁੰਦੇ ਇਸ ਚੌਂਕੜਾ ਮਾਰ ਕੇ। ਤੇ ਜਿੱਦਣ ਕੰਮ ਤੋਂ ਉਦਣ ਸਾਰੀ ਦਿਹਾੜੀ ਦਰਬਾਰ ਸਾਹਿਬ ਉੱਥੇ ਬੈਠੇ ਰਹਿਣਾ ਮਹਾਰਾਜ ਚਰਨਾਂ 'ਚ, ਬੜਾ ਆਨੰਦ ਸੀ ਉਦੋਂ। ਹੁਣ ਤੇ ਚਲੋ ਮੱਥਾ ਵੀ ਟੇਕਣਾ ਤੇ ਸਿਫਾਰਿਸ਼ ਪਾਉਣੀ ਪੈਂਦੀ ਵੀ ਆਪ ਹੀ ਸਾਨੂੰ ਲੰਘਾ ਦਿਓ, ਉਹਦੇ ਅੰਦਰ ਜਾਣਾ ਮੱਥਾ ਟੇਕਣ। ਉਹ ਇੱਕ ਵਾਰੀ ਮੈਂ ਥੱਕ ਗਿਆ ਤੇ ਦਰਬਾਰ ਸਾਹਿਬ ਦੇ ਉੱਪਰ ਬੈਠਾ ਕੀਰਤਨ ਕਰਦਾ, ਮੈਂ ਕਿਤੇ ਕੰਮ ਤੋਂ ਆਇਆ ਸੀ ਤੇ ਮੈਂ ਥੱਕਿਆ ਤੇ ਮੈਂ ਢੋ ਲਾ ਕੇ ਬਹਿ ਗਿਆ ਦਰਬਾਰ ਸਾਹਿਬ ਦੇ ਉੱਪਰਲੀ ਮੰਜ਼ਿਲ 'ਚ, ਕੀਰਤਨ ਸੁਣਨ ਲੱਗ ਪਿਆ। ਉਹ ਮਹਾਂਪੁਰਖ ਕਿਤੇ ਆ ਗਏ ਤੇ ਮੈਂ ਤੇ ਧਿਆਨ ਬੰਦ ਕਰਕੇ ਸੁਣਦਿਆਂ ਇੱਦਾਂ ਉੱਦਾਂ ਮੈਂ ਚੌਂਕੜਾ ਨਹੀਂ ਹਿਲਾਇਆ, ਢੋ ਲਾਈ ਸੀ, ਇਸ ਤਰ੍ਹਾਂ ਬੈਠਾ ਸੀ। ਉਹ ਮਹਾਂਪੁਰਖ ਵੇਖ ਕੇ ਤੁਰ ਗਏ ਮੈਨੂੰ। ਉਹ ਸ਼ਾਮੀ ਹੀ ਉਹਨਾਂ ਕੋਲ ਬਹਿੰਦੇ ਨੇ, ਪਰਿਕਰਮਾ 'ਚ ਬਹਿੰਦੇ ਹੁੰਦੇ ਸੀ। ਤੇ ਜਦੋਂ ਮੈਂ ਜਾ ਕੇ ਫਤਿਹ ਬੁਲਾਈ ਬਹਿਣ ਲੱਗਿਆ ਤੇ ਮੈਨੂੰ ਪੈ ਗਏ। ਉਹ ਕਹਿਣ ਲੱਗੇ ਕਿਹੜਾ ਤਰੀਕਾ ਦਰਬਾਰ ਸਾਹਿਬ ਦੇ ਅੰਦਰ ਚੌਂਕੜੇ ਤੋਂ ਬਿਨਾਂ ਢੋ ਲਾ ਕੇ ਬਹਿੰਦੇ ਹੋ, ਇਹ ਸੰਗਤ 'ਚ ਕਿਹੜਾ ਤੁਹਾਡਾ ਬਹਿਣ ਦਾ ਤਰੀਕਾ? ਅੱਜ ਤੋਂ ਬਾਅਦ ਜੇ ਮੈਂ ਤੁਹਾਨੂੰ ਵੇਖ ਲਿਆ ਦਰਬਾਰ ਸਾਹਿਬ ਦੇ ਅੰਦਰ ਚੌਂਕੜੇ ਤੋਂ ਬਿਨਾਂ ਢੋ ਲਾ ਕੇ ਬੈਠਾ, ਵੇਖੇ ਕਿੱਦਾਂ ਚਪੇੜਾ ਮਾਰਨਾ ਤੁਹਾਡੇ। ਉਹ ਦਿਨ ਜਾਵੇ ਮੁੜ ਕੇ ਫਿਰ ਢੋ ਨਹੀਂ ਲੱਗੀ ਸਾਡੀ ਉੱਥੇ ਦਰਬਾਰ ਸਾਹਿਬ ਦੇ ਅੰਦਰ। 5-5 ਘੰਟੇ ਬੈਠ ਕੇ ਕੀਰਤਨ ਸੁਣਦੇ ਰਹੇ, ਪਰ ਡਰ ਸੀ ਵੀ ਜੇ ਉਹ ਵੇਖ ਗਏ ਤੇ ਚਪੇੜਾਂ ਬੜੀਆਂ ਵੱਜਣੀਆਂ। ਤੇ ਉਹ ਮਹਾਂਪੁਰਖ ਕਹਿੰਦੇ ਨੇ ਕਿ ਅੰਨ ਪਾਣੀ ਕੋ ਬੰਦੇਜ ਕੀਜੇ, ਆਸਣ ਕੋ ਸਾਧ ਲੀਜੇ। ਐ ਸਾਵਧਾਨ ਹੋ ਕੇ, ਐ ਚਿੱਤ ਇਕਾਗਰ ਹੋ ਕੇ ਇਹ ਕਰਨਾ। ਤੇ ਅਗਲਾ ਜਿਹੜਾ ਮਰਜ਼ਾਦਾ ਹੈ, ਜਦੋਂ ਸਿਮਰਨ ਕਰਨਾ ਨੀਂਦ ਨਾ ਆਵੇ ਤੇ ਕੀ ਤਰੀਕਾ? ਗਾਦੀ ਨਾ ਵਿਛਾਏ, ਨਾ ਪੱਗ ਹੱਥ ਨਾ ਪੱਗ ਲਾਈ ਜੀਏ,
ਜਿੱਥੇ ਤੁਸੀਂ ਬੈਠਣਾ ਉੱਥੇ ਗੱਦਾ ਨਾ ਵਿਛਿਆ ਹੋਵੇ, ਇਹਨਾਂ ਥੱਲੇ ਰਜਾਈਆਂ ਵਿਛੀਆਂ ਹੋਣ, ਤਲਾਈਆਂ ਵਿਛੀਆਂ ਹੋਣ, ਕੋਈ ਗੱਦਾ ਵਿਛਿਆ ਹੋਵੇ, ਉਹਦੇ ਉੱਤੇ ਨਹੀਂ ਤੁਸੀਂ ਚੌਂਕੜਾ ਮਾਰਨਾ। ਨਾ 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 ਨਾ, ਗਾਦੀ ਨਾ ਵਿਛਾਈਏ। ਤੇ ਪੋਲੇ ਥਾਂ ਤੇ ਨਹੀਂ ਬਹਿਣਾ ਜਦੋਂ ਸਿਮਰਨ ਕਰਨਾ ਹੈ। ਉਹ ਹੁੰਦਾ ਨਾ ਮਾਰਨ ਕੇ ਉੱਥੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਰੋੜੀ ਸਾਹਿਬ, ਇਹ ਰੋੜਾਂ ਤੇ ਬਹਿ ਬਹਿ ਕੇ ਮਹਾਂਪੁਰਖ, ਪੱਥਰਾਂ ਤੇ ਬਹਿ ਕੇ ਮਹਾਂਪੁਰਖ ਤਪ ਕਰਦੇ ਹੁੰਦੇ ਸੀ। ਇਹ ਸੌਖਾ ਕੰਮ ਨਹੀਂ ਹੈ, ਇਹ ਦੁਨੀਆਦਾਰ ਨਹੀਂ ਕੰਮ ਕਰ ਸਕਦਾ। ਇਹ ਪੰਗੇ ਲੈਂਦਾ ਲਈ ਜਾਵੇ, ਇਹ ਔਖਾ ਹੈ। ਮੈਂ ਉਦੋਂ ਨੇ ਕਿਹਾ ਸੀ ਕਿ ਬਾਬਾ ਬੁੱਢਾ ਜੀ ਦਾ ਉਹ ਸਿਲਾ ਪਈ ਆ ਜਿੱਥੇ ਬੈਠ ਕੇ ਉਹ ਤਪ ਕਰਦੇ ਹੁੰਦੇ ਸੀ। ਕਿਤੇ ਰਮਦਾਸ ਜਿਹੜਾ ਬਾਬਾ ਬੁੱਢਾ ਜੀ ਦਾ ਸਥਾਨ ਵਾ ਨਾ, ਜਦੋਂ ਸ਼੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਮਿਲ ਗਈ ਨਾ ਤੇ ਗੁਰੂ ਅੰਗਦ ਸਾਹਿਬ ਬਣ ਗਏ, ਤੇ ਉਹ ਫਿਰ ਕਰਤਾਰਪੁਰ ਤੋਂ ਖਡੂਰ ਸਾਹਿਬ ਚਲੇ ਗਏ, ਤੇ ਬਾਬਾ ਬੁੱਢਾ ਜੀ ਫਿਰ ਰਮਦਾਸ ਰਹਿਣ ਲੱਗ ਪਏ। ਉੱਥੇ ਤਪ ਕਰਦੇ ਹੁੰਦੇ ਸੀ ਬਾਬਾ ਬੁੱਢਾ ਜੀ ਰਮਦਾਸ। ਤੇ ਜਿਸ ਪੱਥਰ ਉੱਤੇ ਬੈਠ ਕੇ, ਜਿਸ ਸਿਲਾ ਉੱਤੇ ਬੈਠ ਕੇ ਬਾਬਾ ਬੁੱਢਾ ਜੀ ਤਪ ਕਰਦੇ ਸੀ ਨਾ, ਗਾਦੀ ਨਾ ਵਿਛਾਏ, ਗੱਦੀ ਨਹੀਂ ਵਿਛਾਉਣੀ, ਪੋਲਾ ਥਾਂ। ਉਹ ਪੱਥਰ, ਉਹ ਸਿਲਾ ਬਾਬਾ ਬੁੱਢਾ ਜੀ ਦੀ, ਜਦੋਂ ਕਿਤੇ ਰਮਦਾਸ ਗੁਰਦੁਆਰੇ ਜਾਓ, ਅੰਦਰ ਪਈ ਹੋਈ ਅਤੇ ਲਿਖਿਆ ਹੋਇਆ ਇਤਿਹਾਸੀ ਸਿਲਾ ਬਾਬਾ ਜੀ ਦਾ, ਜ਼ਰੂਰ ਦਰਸ਼ਨ ਕਰਿਓ। ਇੱਥੇ ਹੁਣ ਤੇ ਚਲੋ ਆ ਮਾਰਦੀ ਮੌਜ ਆ, ਕੁਰਸੀਆਂ ਤੇ ਬੈਠੇ, ਉਹ ਸੋਫਿਆਂ ਤੇ ਬੈਠੇ ਸੁਣੀ ਜਾਣਦੇ ਹੋ, ਚਲੋ ਚੰਗੀ ਗੱਲ ਆ। ਪਰ ਜੇ ਧਿਆਨ ਸਾਧਨਾ ਕਰਨੀ ਤੇ ਪੰਗੇ ਲੈਣੇ ਹੀ ਪੈਣੇ ਭਾਈ। ਜੇ ਸਿਮਰਨ ਧਿਆਨ ਸਾਧਨਾ ਕਰਨੀ, ਧਿਆਨ ਨੂੰ ਇਕਾਗਰ ਕਰਨਾ। ਉਹ ਕਹਿੰਦੇ ਗਾਦੀ ਨਾ ਵਿਛਾਏ, ਨਾ ਹੱਥ ਪੱਗ ਲਾਈਏ। ਇਹ ਨਹੀਂ ਵੀ ਆ ਬੈਠੇ ਉਹ ਸੰਗਤ ਵਿੱਚ ਬੈਠੇ ਕਈ ਪੈਰਾਂ ਨੂੰ ਹੱਥ ਲਾਈ ਜਾਣਗੇ, ਪੈਰ ਹੀ ਫੜੀ ਜਾਣਗੇ। ਨਾ, ਹੱਥ ਬਿਲਕੁਲ ਗੋਡਿਆਂ ਦੇ ਉੱਤੇ ਇਸ ਤਰ੍ਹਾਂ ਚੌਂਕੜਾ ਵੱਜਾ ਹੋਵੇ ਤੇ ਹੱਥ ਇੱਧਰ ਉੱਧਰ ਹਿਲਦਾ ਨਾ ਹੋਵੇ ਸਾਡਾ। ਨਾ 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 ਨਾ, ਇਹ ਮਰਜ਼ਾਦਾ ਨਹੀਂ ਭਾਈ। ਤੇ ਅਗਲਾ ਫਿਰ ਕੀ ਹੋਣਾ, ਜਦੋਂ ਇਸ ਤਰ੍ਹਾਂ ਕੋਈ ਕਿਨੇ ਅੰਨ ਪਾਣੀ ਦਾ ਤਿਆਗ ਕਰਕੇ, ਰੋਟੀ ਦਾ ਤਿਆਗ ਕਰਕੇ, ਆਸਣ ਲਾ ਕੇ ਸਾਵਧਾਨ ਹੋ ਕੇ ਬੈਠਣਾ ਨਾ, ਫਿਰ ਸ਼ਬਦ ਮੇ ਧਿਆਨ ਲਾਏ ਪਰਮ ਗਤ ਪਾਈਐ। ਫਿਰ ਧਿਆਨ ਲੱਗਣਾ ਹੈ। ਪਹਿਲੋਂ ਤੇ ਵਕਤ ਨੂੰ ਵਿਚਾਰਨਾ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਵਾ ਤੇ ਟਾਈਮ ਨਾਲ ਸੌਂ ਜਾਵਾਂ। ਸੌਂ ਕੇ ਪਹਿਲਾਂ ਸਭ ਤੋਂ ਪਾਣੀ 'ਚ ਇਸ਼ਨਾਨ ਕਰਨਾ। ਤੇ ਜੇ ਠੰਡੇ ਪਾਣੀ ਨਾਲ ਕਰ ਲਓ ਨਾ, ਇੱਕ ਹੋਰ ਗੱਲ ਹੈ, ਚਲੋ ਇੱਦਾਂ ਹੁਣ ਲੋਕਾਂ ਕਹਿਣਾ ਇਹ ਕੋਈ ਅਨਮਤੀ ਆਈ ਹੈ ਲੱਗਾ ਜਾਂ ਇੱਕ ਤੇ ਵੱਡਾ ਸਿਆਪਾ ਪੈ ਗਿਆ ਕਿੰਤੂ ਪਰੰਤੂ ਤੇ ਬੜਾ ਡਰ ਆਉਂਦਾ। ਹੁਣ ਸਾਡੀ ਰਹਿਤ ਮਰਜ਼ਾਦਾ ਦੇ ਵਿੱਚ ਪੁਰਾਣੇ ਖਰੜਿਆਂ 'ਚ ਲਿਖਿਆ ਵਾ ਵੀ ਗਰਮ ਪਾਣੀ ਨਾਲ ਨਹੀਂ, ਠੰਡੇ ਪਾਣੀ ਨਾਲ ਇਸ਼ਨਾਨ ਕਰਨਾ। ਤੇ ਮੈਂ ਗੁਰਸਿੱਖ ਵੇਖੇ ਨੇ ਜਪ ਕਰਦੇ, ਚਲੋ ਰੱਬ ਦੀ ਕਿਰਪਾ ਨਾਲ ਹੀ ਉਹਨਾਂ ਨਾਲ ਰਲ ਕੇ ਥੋੜ੍ਹਾ ਬਹੁਤਾ ਕਰਦੇ ਰਹੇ ਆ। ਸਿਆਲ ਦੇ ਵਿੱਚ ਮਾੜੀ ਜੀ ਲੋਈ ਲੈਣੀ ਆ, ਕੋਈ ਕੋਟੀ ਨਹੀਂ ਪਾਉਣੀ, ਇੱਕ ਥੱਲੇ ਬਨੈਣ ਪਾਈ ਹੋਣੀ ਆ ਤੇ ਮਾੜੀ ਜੀ ਲੋਈ। ਤੇ ਉਹ ਮਾਘ ਦੀ ਜਦੋਂ ਧੁੰਦ ਪਈ ਹੁੰਦੀ ਸੀ, ਉਦੋਂ ਬੈਠ ਕੇ ਉਹਨਾਂ ਨੇ ਠੰਡ ਦੇ ਵਿੱਚ ਤਪ ਕਰਨਾ, ਘੰਟਾ ਬੈਠੇ ਰਹਿਣਾ। ਤੇ ਨੀਂਦ ਜਦੋਂ ਠੰਡ ਲੱਗੂ, ਕਿੱਥੋਂ ਆਜੂ ਨੀਂਦ। ਮੁੜ ਕੇ ਉਹਨਾਂ ਨੇ ਫਿਰ ਜਦੋਂ ਐ ਸਰੀਰ ਠੰਡਾ ਹੋ ਜਾਣਾ, 1 ਘੰਟਾ ਜਪ ਕਰਨਾ, ਸਿਮਰਨ ਕਰਨਾ, ਤੇ ਮੁੜ ਕੇ ਉਹਨਾਂ ਨੇ ਸਰੋਵਰ 'ਚ ਵੜ ਜਾਣਾ ਠੰਡੇ ਪਾਣੀ 'ਚ। ਫਿਰ 1 ਘੰਟਾ ਫਿਰ ਲੰਘ ਜਾਣਾ, ਨੀਂਦ ਨਹੀਂ ਆਉਣਾ ਨਾ। 2-2.5 ਘੰਟੇ ਇਸ ਤਰ੍ਹਾਂ ਲੰਘ ਜਾਣੇ। ਤੇ ਜਿਹੜਾ 2-2.5 ਘੰਟੇ ਸਿਮਰਨ ਕਰ ਗਿਆ ਨੀਂਦ ਤੋਂ ਬਿਨਾਂ, ਉਹਦਾ ਸੈਲਫ ਵੱਜ ਜਾਣਾ, ਗੱਡੀ ਸਟਾਰਟ ਹੋ ਜਾਣੀ ਉਹਦੀ। ਤੇ ਜਿੱਦਣ ਇਹਨੂੰ ਸੈਲਫ ਵੱਜ ਗਿਆ ਨਾ, ਗੱਡੀ ਸਟਾਰਟ ਹੋ ਗਈ, ਤੇ ਨਿਉ ਵਾਲੇ ਨੈਣਾ ਕੀ ਨੀਂਦਰ। ਜਿੱਦਣ ਇਹ ਧਿਆਨ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਇਹ ਅੱਖਾਂ ਵਿੱਚ ਪ੍ਰੇਮ ਆ ਗਿਆ ਨਾ ਗੁਰੂ ਵਾਸਤੇ। ਮੈਂ ਉਧਰ ਕਹਿ ਰਿਹਾ ਸੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਆਨਣਾ ਪਾਣੀ। ਫਿਰ ਨੀਂਦ ਨਹੀਂ, ਫਿਰ ਸੰਗਤ ਵਿੱਚ ਬੈਠਿਆ ਤੁਹਾਨੂੰ ਵਾਸੀਆਂ ਨਹੀਂ ਆਉਣਗੀਆਂ, ਨੀਂਦ ਨਹੀਂ ਸਤਾਏਗੀ। ਪਰ ਇਹ ਪਹਿਲੋਂ ਜਿਨ੍ਹਾਂ ਨੇ ਕੋਈ ਕੀਤਾ ਹੋਊਗਾ ਉਹਨਾਂ ਦੀ ਅਵਸਥਾ ਬਣੀ ਹੋਊਗੀ ਕਿ ਗੁਰਮੁਖ ਜਾਗ ਰਹੇ ਦਿਨ ਰਾਤੀ, ਸਾਚੇ ਕੀ ਲਿਵ ਗੁਰਮਤਿ ਜਾਤੀ। ਮਨਮੁਖ ਸੋਏ ਰਹੇ ਸੇ ਲੂਠੇ, ਗੁਰਮੁਖ ਸਾਬਤ ਪਾਈ ਰੇ। ਇਹ ਸੀ
ਅੱਜ ਜਿਹੜਾ ਸਾਡਾ ਵਿਸ਼ਾ ਸੀ ਕਿ ਨੀਂਦ ਤੋਂ ਕਿਵੇਂ ਬਚਿਆ ਜਾਵੇ, ਰੋਟੀ ਪਾਣੀ ਥੋੜ੍ਹਾ ਖਾਣਾ, ਟਾਈਮ ਨਾਲ ਸੌ ਜਾਣਾ, ਥੱਲੇ ਗੱਦੀ ਨਹੀਂ ਵਿਛਾਉਣੀ, ਭੋਏ ਆਸਣ ਲਾਓ ਜਾਂ ਕੱਲੀ ਦਰੀ ਵਿਛੀ ਹੋਵੇ, ਲੱਕੜ ਦੇ ਬੈੱਡ 'ਤੇ ਵੀ ਸੌਣਾ, ਉੱਥੇ ਗੱਦਾ ਨਾ ਹੋਵੇ। ਨਾ ਪੁਰਾਣੇ ਮਹਾਂਪੁਰਖਾਂ ਦੇ ਅਸੀਂ ਪੈਰ ਵੇਖੇ ਆ, ਚੌਂਕੜੇ ਮਾਰ ਮਾਰ ਕੇ ਉਹਨਾਂ ਦੇ ਉਹ ਜਿੱਦਾਂ ਸੰਢਿਆਂ ਦੇ ਕੰਨ ਨਹੀਂ ਪਏ ਹੁੰਦੇ, ਜਿੱਥੇ ਜੂਲਾ ਰੱਖਿਆ ਜਾਂਦਾ ਸੀ ਬਲਦਾਂ ਦੇ ਤੇ ਸੰਢਿਆਂ ਦੇ ਕੰਨ ਪੈ ਜਾਂਦੇ ਸੀ। ਇਹ ਪੁਰਾਣੇ ਮਹਾਂਪੁਰਖਾਂ ਦੇ ਇੱਦਾਂ ਪੈਰਾਂ 'ਤੇ ਕੰਨ ਪਏ ਹੁੰਦੇ ਸੀ, ਪੱਥਰਾਂ 'ਤੇ ਬਹਿ ਬਹਿ ਕੇ। ਤੇ ਉਹ ਮੈਨੂੰ ਕਹੇ, ਉਹ ਇੱਥੇ ਮੈਂ ਹੁਣ ਕਹਾਣੀ ਉੱਦਾਂ ਦੀ ਸੁਣਾ ਕੇ ਹੁਣ ਸਮਾਪਤ ਹੀ ਕਰਾਂ। ਬੜੀ ਪੁਰਾਣੀ ਗੱਲ, ਕੋਈ 15 ਕੁ ਸਾਲ ਪੁਰਾਣੀ ਗੱਲ ਆ, 15 ਤੋਂ ਵੱਧ ਹੋ ਗਏ। ਕਿਹਨੇ ਆਖਿਆ ਫਲਾਣੇ ਥਾਂ 'ਤੇ ਨਾ ਫਲਾਣੇ ਮਹਾਂਪੁਰਖ ਜਿਹਨਾਂ ਕੋਈ ਜਾਣੇ ਆ ਨਾ, ਉਹ ਤਪ ਕਰਦੇ ਹੁੰਦੇ ਸੀ। ਤਪ ਕਰਕੇ ਉਹਨਾਂ ਦੇ ਪੈਰ ਵਿੰਗੇ ਹੋ ਗਏ ਇਹ, ਚੌਂਕੜੇ ਮਾਰ ਮਾਰ ਕੇ ਉਹਨਾਂ ਦੇ ਪੈਰ ਵਿੰਗੇ ਹੋ ਗਏ। ਤੇ ਮੈਨੂੰ ਸ਼ੱਕ ਲੱਗਿਆ, ਮੈਂ ਕਿਹਾ ਇਹ ਬੰਦਗੀ ਤੇ ਵਿੰਗਿਆਂ ਨੂੰ ਸਿੱਧਿਆਂ ਕਰਦੀ ਆ, ਤੇ ਮਹਾਂਪੁਰਖਾਂ ਦੇ ਪੈਰ ਹੀ ਵਿੰਗੇ ਕਰਤੇ ਬੰਦਗੀ ਨੇ। ਪਿੰਗਲ ਪਰਦ ਪਾਰ ਪਰੇ ਖਲ ਚਤਰ ਬਕਈਤਾ, ਇਹ ਤੇ ਪਿੰਗਲੇ ਵੀ ਤੁਰ ਪੈਂਦੇ ਤੇ ਬੰਦਗੀ ਕਰਨ ਵਾਲੇ ਦੇ ਪੈਰ ਵਿੰਗੇ ਹੋ ਗਏ। ਆਹ ਨੇ ਉਹ ਚੌਂਕੜਾ ਮਾਰ ਕੇ ਬਹਿੰਦੇ ਸੀ ਤੇ ਉਹ ਮੁੜ ਕੇ ਪੈਰ ਹੀ ਵਿੰਗੇ ਹੋ ਗਏ, ਉਹਨਾਂ ਦੇ ਬੜੇ ਬੜੇ ਚੌਂਕੜੇ ਮਾਰਨੇ। ਮੈਂ ਕਿਤੇ ਵੇਖਾਂਗੇ, ਦਰਸ਼ਨ ਕਰਾਂਗੇ। ਉਹ ਗਏ ਸੀ, ਮੈਂ ਤੇ ਮੇਰਾ ਸਾਥੀ ਹੀਰਾ ਸਿੰਘ, ਉਹ ਮਹਾਂਪੁਰਖਾਂ ਨੂੰ ਮਿਲਣ ਗਏ। ਤੇ ਪਹਿਲਾਂ ਮੈਂ ਸਭ ਤੋਂ ਪੈਰ ਹੀ ਵੇਖੇ ਉਹਦੇ, ਵੀ ਪੈਰ ਕਿੱਦਾਂ ਦੇ। ਉਹ ਪੈਰਾਂ 'ਤੇ ਉਹਨੇ ਜਰਾਬਾਂ ਪਾਈਆਂ ਸੀ ਤੇ ਲੱਗ ਗਿਆ ਵੀ ਪੈਰ ਵਿੰਗੇ ਆ, ਮਹਿਸੂਸ ਹੋ ਗਿਆ ਮੈਨੂੰ। ਮੈਂ ਉਹਨਾਂ ਦਾ ਚੇਲਾ ਸੀ ਇੱਕ, ਮੈਂ ਉਹਨੂੰ ਪਰਾਂ ਖੜ ਕੇ ਆਖਿਆ, ਮੈਂ ਕਿਹਾ ਮਹਾਂਪੁਰਖਾਂ ਦੇ ਪੈਰਾਂ ਨੂੰ ਕੀ ਗੱਲ ਵਾ, ਵਿੰਗੇ ਇਹਨਾਂ ਦੇ? ਇਹ ਕਹਿੰਦਾ ਇਹ ਜੰਮਿਆ ਹੀ ਪੁੱਠਿਆਂ ਪੈਰਾਂ ਵਾਲਾ ਵਾ, ਇਹ ਜਮਾਂਦਰੂ ਵਿੰਗੇ ਪੈਰ ਇਹਦੇ। ਤੇ ਜਿਹੜੇ ਦੂਜੇ ਚੇਲੇ ਸੀ ਉਹਨਾਂ ਨੇ ਧਮਾਇਆ ਸੀ, ਉਹਨਾਂ ਦੀ ਬੰਦਗੀ ਕਰਦੇ ਹੀ ਪੈਰ ਵਿੰਗੇ ਹੋ ਗਏ। ਕਹਿ ਦੀਆਂ ਬਾਤਾਂ। ਨਹੀਂ ਭਾਈ, ਬੰਦਗੀ ਪੈਰ ਵਿੰਗੇ ਨਹੀਂ ਕਰਦੀ। ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਜ਼ ਤਰੋ ਤੇ ਪਿਆਰ। ਹਾਫਸ ਸਿਮਰਨ ਕਾ ਤੂੰ ਹੋ ਪੱਕਾ, ਕਰਦਾ ਰਹੀਂ ਕਮਾਈ, ਉਹ ਚੁਣੇ ਸੁਣੇ ਚਾਹੇ ਨਾ ਸੁਣੇ, ਤੂੰ ਇਸ ਵੱਲ ਚਿੱਤ ਨਾ ਲਾਈ। ਪਰ ਬੰਦਗੀ ਸਿਮਰਨ ਸਾਧਨ ਉਹੀ ਕਰੇਗਾ ਜਿਹੜਾ ਨੀਂਦ ਦਾ ਤਿਆਗ ਕਰੇਗਾ। ਨੀਂਦ ਦਾ ਤਿਆਗ ਉਹ ਕਰੇਗਾ ਜਿਹੜਾ ਥੋੜਾ ਖਾਏਗਾ। ਉਹਨ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਥੋੜਾ ਸੌਣਾ ਬੋਲਣਾ ਗੁਰਮੁਖ ਪਾਵੇ, ਇਹ ਗੁਰਮਤ ਨੂੰ ਪਾਉਂਦਾ ਹੈ ਭਾਈ। ਤੇ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਸੀਂ ਜੀਵਨ ਗਾਥਾ ਆਰੰਭ ਕੀਤੀ ਆ। ਪਿਛਲੇ ਸਮੇਂ ਤੇ ਅਸੀਂ ਕਿਹਾ ਸੀ ਕਿ ਵਿਚਾਰਿਆ ਸੀ ਵੀ ਮਹਾਰਾਜ ਕਿਹਾ ਅੰਮ੍ਰਿਤ ਵੇਲੇ ਉੱਠੋ, ਤੇ ਕਈ ਗੁਰਮੁਖਾਂ ਨੇ ਆਖਿਆ ਬਾਬਾ ਜੀ ਅੰਮ੍ਰਿਤ ਵੇਲੇ ਉੱਠ ਤੇ ਪੈਂਦੇ ਆ, ਨੀਂਦ ਬੜੀ ਸਤਾਉਂਦੀ, ਕੋਈ ਤਰੀਕਾ ਦੱਸੋ। ਤੇ ਤਰੀਕਾ ਤੇ ਮੈਂ ਦੱਸਤਾ, ਤੇ ਲੰਗਰ ਤੋਂ ਹਮ ਨਹੀਂ ਖਾਣੇ ਉੱਠਣਾ, ਤੇ ਲੰਗਰ ਮੈਂ ਵੀ ਨਹੀਂ ਖਾਣੇ ਉੱਠਣਾ। ਤੇ ਸਾਡੇ ਕੀਰਤਨ ਦਰਬਾਰ ਵੀ ਲੰਗਰਾਂ ਦੀ ਭੇਟਾ ਹੀ ਚੜ੍ਹ ਗਏ ਨੇ। ਨਾ ਭਾਈ, ਅੰਨ ਪਾਣੀ ਕੋ ਬੰਦੇਜ ਕੀਜੇ, ਆਸਨ ਕੋ ਸਾਧ ਲੀਜੇ, ਕਾਇਆ ਕੋ ਮਾਂਜ ਲੀਜੇ। ਜੇ ਕੰਮ ਕਰਨਾ ਤੇ ਇਹ ਕੁਛ ਕਰਨਾ ਹੈ। ਤੇ ਅੱਜ ਮਹਾਰਾਜ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤਾਂ ਬਖਸ਼ਾਂ ਕਰਨ। ਐਸੀ ਲੰਗਰਾਂ ਪਾਣੀ ਦਾ ਮਹਾਰਾਜ ਖਾਣੇ ਸਿਓ ਦੋਸ਼ਤੀ, ਗੁਰੂ ਅੰਗਦ ਸਾਹਿਬ ਨੇ ਕਿਹਾ ਸੀ। ਜਦੋਂ ਸੂਰ ਚੜ੍ਹ ਜਾਂਦਾ ਨਾ, ਰੱਬ ਨੂੰ ਧਿਆਨ ਟੁੱਟ ਜਾਂਦਾ ਹੈ, ਲੰਗਰ ਨਾਲ ਦੋਸਤੀ ਪੈ ਜਾਂਦੀ ਹੈ। ਨਹੀਂ, ਲੰਗਰ ਨਾਲ ਨਹੀਂ ਦੋਸਤੀ, ਸਾਡੀ ਦੋਸਤੀ ਰੱਬ ਨਾਲ ਹੀ ਰਵੇ। ਮਹਾਰਾਜ ਕਿਰਪਾ ਕਰਨ। ਅੱਜ ਸਾਡੀ ਕੌਮ ਥੋੜ੍ਹੀ ਜਿਹੀ ਨਾ ਕੋਈ ਟਰੈਕ ਤੋਂ ਲੱਥੀ ਹੋਈ ਹੈ। ਮਹਾਰਾਜ ਨੇ ਬਚਨ ਕੀਤਾ ਸੀ ਕਲਗੀਧਰ ਨੇ ਕਿ ਸੇਵ ਕਰੀ ਇਨਹੀ ਕੀ ਭਾਵਤ। ਜਿਹੜਾ ਗੁਰਸਿੱਖ ਦੀ ਸੇਵਾ ਕਰਦਾ, ਕਲਗੀ ਦਾਨ ਦਿਓ ਇਨਹੀ ਕੋ ਭਾਵਤ। ਜਿਹੜਾ ਗੁਰਸਿੱਖ ਦੀ ਮਦਦ ਕਰਦਾ, ਦਾਨ ਕਰਦਾ ਹੈ, ਉਹ ਮੈਨੂੰ ਬੜਾ ਚੰਗਾ ਲੱਗਦਾ। ਕਲਗੀਧਰ ਦਾ ਬਚਨ ਮੇਰਾ ਨਹੀਂ ਹੈ ਕੋਈ, ਕਿਉਂਕਿ ਬਾਣੀ ਵੀ ਕਹਿੰਦੀ ਗੁਰਸਿੱਖਾ ਅੰਦਰ ਸਤਿਗੁਰ ਵਰਤੇ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ। ਗੁਰੂ ਦੀ ਖੁਸ਼ੀ, ਗੁਰੂ ਦੀਆਂ ਬਖਸ਼ਾਂ ਕਿੱਥੇ ਹੁੰਦੀਆਂ ਨੇ ਜਿਹੜੇ ਗੁਰਸਿੱਖਾਂ ਨੂੰ ਦੀ ਸੇਵਾ ਕਰਦੇ ਨੇ। ਤੇ ਅੱਜ ਸਾਡੀ ਕੌਮ ਦਾ, ਗੁਰਸਿੱਖਾਂ ਦਾ ਦਸਵੰਧ ਦਾ ਪੈਸਾ ਕੁਝ ਗਲਤ ਥਾਂ ਤੇ ਲੱਗ ਰਿਹਾ ਭਾਈ। ਸਾਡਾ ਕੋਈ ਫਰਜ਼ ਨਹੀਂ ਬਣਦਾ ਅਸੀਂ ਸੀਰੀਆ ਜਾ ਕੇ, ਇਰਾਕ ਜਾ ਕੇ ਲੰਗਰ ਲਾਈਏ। ਸਾਡਾ ਫਰਜ਼ ਨਹੀਂ ਹੈ। 400 ਸਾਲ ਹੋ ਗਏ ਸਿੱਖਲੀ ਗੱਲ, ਵਣਜਾਰੇ ਸਿੱਖ ਝੌਂਪੜੀਆਂ 'ਚ ਬੈਠੇ ਹੋਏ ਨੇ, ਸੜਕਾਂ 'ਤੇ ਬੈਠੇ ਹੋਏ ਨੇ। ਤੇ ਗੁਰੂ ਗੋਬਿੰਦ ਸਿੰਘ ਕਹਿ ਗਿਆ ਸੀ ਵੀ ਇਹਨਾਂ ਦੀ ਸੇਵਾ ਕਰਿਓ। ਜੇ ਤੁਸੀਂ, ਤੁਹਾਡਾ ਫਰਜ਼ ਨਹੀਂ ਖਾਲਸਾ ਏਡ ਵਾਲਿਓ ਇਰਾਕ ਜਾਓ, ਤੁਹਾਡਾ ਧਰਮ ਨਹੀਂ ਗਾ ਤੁਸੀਂ ਸੀਰੀਆ ਜਾ ਕੇ ਲੰਗਰ ਲਾਓ। ਤੁਹਾਡਾ ਫਰਜ਼ ਹੈ ਦਾਨ ਦਿਓ ਇਨਹੀ ਕੋ ਨੀਕੋ,
अरे आन को दान न लागो नीत, सेव करी नहीं की पावत। गुरु गोबिंद सिंह कहते मैं ते मैनू ते गुरसिख की सेवा चंगी लगती है। वो जिहड़े बचन सी ना 52 कलगीधर दे, समा बहुता हो गया, वो भी कदे विचारांगे। वो एक बचन आउंदा कलगीधर ने जदों महाराज ने चोला त्याग्या ते उदों बचन कीते 52, वो लिखे ने इतिहास विच। उहदे विच एक भी बचन आउंदा कि सिख ने सिख दी रुच नाल सेवा करनी है, सिख ने केवल सिख दी सेवा करनी। साडा धर्म नहीं है असीं इराक सीरिया जाके लंगर लाइए, नहीं, साडा धर्म नहीं है। गुरसिखा अंदर सतगुर वरते, सिख कौम दा पैसा गरीब सिख ते लगना चाहिए, होर किसे ते नहीं। उन्हां दी सरकारां ने वो जासी लोग ने अगों पिछों जासियां करते हैं, तो गुरसिख दा पैसा तुसीं दसवंध दे नां दे इकट्ठा करके तुसीं इराक लेके जाके लंगर लाओ, तो तुहानूं आ गरीब सिख 400 साल हो गए जिन्ना सिक्खी नहीं छड्डी, दुनिया चंद्रमा ते जाके काम करदी आ। वो गरीब सिख अजे भी बाल्टियां नूं थल्ले लाउंदे ने, झोंपड़ियां 'च बैठे सिकलीगर सिख, वणजारे सिख, वो नहीं ये खालसा ईड नूं देखदे। ये की कहंदा आ भाई ना, गुरसिख दी किरत कमाई दा पैसा गुरसिखां उत्ते खर्चिया जावे। आ गुरद्वारियां दे ग्रंथियां दी की हालत है, इन्हां नूं ये नहीं दिखदी, खालसा ईड वालियां नूं। इन्हां नूं होर बड़ा कुछ दिखदा, गरीब ग्रंथी नहीं कोई दिखदा, गरीब सिख नहीं कोई दिखदा। जिहड़े काम सरकारां ने करने ने भाई वो सरकारां करन, असीं क्यों करिए? ये साडा धर्म नहीं गा असीं दरियावां उत्ते पुल बन्नीए, दरियावां उत्ते बन बन्नीए ना। सरकार काहदे वास्ते आ, फौज काहदे वास्ते आ, अरबां रुपया असीं टैक्स भरदे सरकार नूं काहदे वास्ते भरदे आ? वो इसे करके भरदे कि जदों दरिया टुट जाण ये अगे आउण, ये फौज लेके अगे आउण। हर जिले विच हज़ारां दी गिनती च फौज बैठी हुई है, वो बकरे खाण वास्ते बैठी हुई है। तो दरियावां दे जिहड़े बन सी वो एक बाबा बन्ने, क्यों बन्ने बाबा? ये बाबे दा धर्म नहीं आ दरियावां नूं बन लाउणा, ये सरकारां दा धर्म आ, साडा नहीं है। असीं ते गुरसिखां दी सेवा, गरीब सिखां दी सार लैनी, सिकली गल वणजारे सिखां दी सार लैनी, साडा धर्म आ भाई। जिहड़ा सरकार दा धर्म है वो सरकार निभावे, जिहड़ा साडा फर्ज आ वो असीं निभाईए। तो महाराज किरपा ने जो वचन कीता सी कि अंमृत वेले उठना, तो उठण विच मुश्किल की है? नींद, मन दे फुरने, शरीर विच पीड़ा शुरू हो जाणियां। तो इहदा इलाज सी भी टाइम नाल सौ जाओ, रोटी पानी थोड़ा खाओ। वो मैनूं थोड़े तो हो गए कह रहा सी कि बाबा जी मैं रात नूं थोड़ा दलिया ही खा लिया, तो सारी रात है नींद नहीं आई। मेरी रीस क्यों की? मैं तो दिने सौ लेना, मेरे को तो समा खुला होंदा, तू मेरी रीस क्यों की? तो सारी रात जागदा रहो। ना ना, इस नींद का संबंध भाई तुहाडे धंधे नाल भी आ। जे तुसीं इहनूं बहुत थका लोगे शरीर नूं ते नींद आऊगी, नहीं तो वरना नहीं आएगी। नींद का संबंध तुहाडे खाने नाल वा, तुहाडे काम धंधे नाल वा। जिन्हें सिमरन साधना करनी आ, अंमृत वेले उठना, वो दोपहरे घंटा 2 घंटे जरूर सौ लो, ताकि अंमृत वेले ये नींद सानू कोई मुश्किल ना खड़ी करे। तित जाहे बहु सत संगति, जिथे हर का हर नाम बलोईए, सहजे ही हर नाम लियो हर तत न खोईए। संगत दे विच आसरा लेके ये सावधान हो के आसन को सांध लीजिए, चौंकड़ा ला के ये काम करना है, तो सहजे सहजे ये काम सखाला हो जाएगा। पहला तो बड़ी मुश्किल आनी है, पर जदों कोई 2-4 साल ला लेंदा है, फिर महाराज किरपा कर देंदे सच्चे पातशाह। धन गुरु अंगद देव रहमतां बख्शां करन। आने वाले समय च आपां उन्हां दा जीवन फिर अगे शुरू करांगे। आपने रहमतां बख्शां करनियां, इन्ना कहंदा दास खेमन। एक होर उपराला कीता सी गुरु प्यारिਆਂ ने, यूट्यूब ते भी एक चैनल असीं वो बनाया वा भाई, ਉਹਦਾ नाम ही इहो ही नाम है ਜਿਹੜਾ ਸਾਡਾ फेसबुक का नाम है, अमृत रस नागो के बलविंदर सिंह के नाम ते ਉਹਦੇ ਤੁਸੀਂ मैंबर बनो, ਤਾਂ कि ਉੱਤੇ भी असीं ये कोई सेवा आप संगतां दी कर सकीए। साडा मनोरथ भाई पैसा नहीं कमाउणा। दास नूं 30 साल हो गए इस काम च आया नूं, अजे तक एक पैसा नहीं कमाया।
ਨਾ ਇਸ ਕੰਮ ਦਾ ਅਸੀਂ ਪੈਸਾ ਕਮਾਇਆ ਹੈ, ਨਾ ਕਮਾਉਣਾ ਹੈ। ਗੁਰੂ ਕਿਰਪਾ ਕਰੇ, ਗੁਰੂ ਨੇ ਬੜਾ ਕੁਝ ਦਿੱਤਾ ਹੈ। ਜਿੰਨਾ ਖਾਂਦੇ ਆ ਵੱਧ ਦਿੱਤਾ ਹੈ, ਸਭ ਕੁਝ ਵੱਧ ਦਿੱਤਾ ਹੈ, ਸਭ ਕੁਝ ਬਹੁਤ ਬਹੁਤ ਪਾਇਆ। ਅਸੀਂ ਸਾਡਾ ਮਨੋਰਥ ਨਹੀਂ ਆ ਕਿ ਮਹਾਰਾਜ ਨੇ ਬਚਨ ਕੀਤਾ, ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਨ ਕੀ ਉਜੜੇ ਖਲਵਾੜੇ ਕਿਆ ਥਾਉ। ਨਾਮ ਨੂੰ ਵੇਚਣਾ, ਬਾਣੀ ਨੂੰ ਵੇਚਣਾ ਸਾਡਾ ਧਰਮ ਨਹੀਂ ਹੈ। ਮਹਾਰਾਜ ਕਿਹਾ ਖੇਤੀ ਜਨ ਕੀ ਤ੍ਰਿਗ ਤਿਨਾ ਕਾ ਜੀਵਿਆ, ਲਾਣ ਤੂੰ ਨਾ ਜੀਵਨਾਂ ਨੂੰ ਜਿਹੜੇ ਗੁਰਬਾਣੀ ਨੂੰ ਵੇਚਦੇ ਨੇ। ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਨ ਕੀ ਉਜੜੀ, ਜਦੋਂ ਖੇਤੀਆਂ ਉਜੜ ਜਾਣ ਫਿਰ ਖਲਵਾੜੇ ਨਹੀਂ ਲੱਗਦੇ, ਫਿਰ ਬਖਸ਼ਾਂ ਨਹੀਂ ਹੁੰਦੀਆਂ। ਸਾਡਾ ਮਨੋਰਥ ਭਾਈ ਕੋਈ ਨਹੀਂ ਹੈ। ਅਸੀਂ ਨਾ ਕਿਸੇ ਕੋ ਕੋਈ ਸੇਵਾ ਲਈ ਆ, ਨਾ ਲੈਣੀ ਜ਼ਿੰਦਗੀ 'ਚ। ਇਹ ਨਾ ਡਰਿਓ ਕੋਈ ਨਵਾਂ ਬਾਬਾ ਆ ਗਿਆ ਕੋਈ ਗੁਰਾਈ ਕਰੂਗਾ, ਨਾ ਕੀਤੀ ਆ, ਨਾ ਕਰਨੀ ਆ। ਨਾ ਕਿਸੇ ਕੋ ਪੈਸਾ ਲਿਆ, ਨਾ ਲੈਣਾ। ਬੜਾ ਦਿੱਤਾ ਪੈਸਾ ਤੇ ਅੱਗੇ ਮਾਰੇ ਬੜਾ ਦਿੱਤਾ ਹੋਇਆ, ਹੋਰ ਕੀ ਲੈਣਾ ਹੈ। ਦਾਸ ਨੇ ਨੌਕਰੀ ਕੀਤੀ ਹੈ 20 ਸਾਲ ਸਰਕਾਰੀ, ਬੜਾ ਕੁਝ ਦਿੱਤਾ ਰੱਬ ਨੇ, ਹੁਣ ਛੱਡੀ ਆ। ਹੁਣ ਸੰਗਤਾਂ ਦੀ ਸੇਵਾ 'ਚ ਹਾਜ਼ਰ ਹਾਂ ਭਾਈ, ਤੇ ਰਹਿਮਤਾਂ ਕਰਨ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ। ਤੇ ਉਸ ਚੈਨਲ ਨੂੰ ਵੀ ਤੁਸੀਂ ਮੈਂਬਰ ਬਣਿਓ। ਕੋਈ ਗੁਰਮੁਖ ਪਿਆਰੇ ਕਹਿੰਦੇ ਵੀ ਇਹ ਫੇਸਬੁੱਕ ਜਿਹੜੀ ਸਾਰੇ ਨਹੀਂ ਚੱਲਦੀ ਤੇ YouTube ਚੱਲਦਾ ਹੈ, ਤੇ ਉਹਦਾ ਵੀ ਨਾਮ ਹੈ ਅੰਮ੍ਰਿਤ ਰਸ ਨਾਗੋਗੇ। ਮੇਰੇ ਨਾਂ ਤੇ ਦਾਸ ਬਲਿੰਦਰ ਸਿੰਘ ਦੇ ਨਾਂ ਤੇ ਉਹ ਹੈਗਾ, ਉਹਦੇ ਮੈਂਬਰ ਬਣੋ ਤਾਂ ਕਿ ਅਸੀਂ ਕੋਈ ਜਿਹੜੀ ਸੰਗਤਾਂ ਨਾਲ ਵਿਚਾਰ ਸਾਂਝੀ ਕੀਤੀ ਜਾ ਸਕੇ। ਕਿਉਂਕਿ ਸਟੇਜਾਂ ਉੱਤੇ ਗੱਲਾਂ ਕਹਿਣ ਨਹੀਂ ਦਿੰਦੇ ਲੋਕੀ ਜਿਹੜੀ ਮੈਂ ਕਹਿਣਾ ਚਾਹੁੰਦਾ। ਅਜੇ ਮੈਂ ਗੱਲਾਂ ਉਹ ਕਹਿ ਨਹੀਂ ਰਿਹਾ ਜਿਹੜੀਆਂ ਮੈਂ ਕਹਿਣਾ ਚਾਹੁੰਦਾ। ਕਵਾਂਗੇ, ਤੁਸੀਂ ਸੰਗਤਾਂ ਸੰਯੋਗ ਦਿਓ। ਆ ਫੇਸਬੁੱਕ ਚਲਾਈ ਤੇ ਬੜੇ ਗੁਰਮੁਖਾਂ ਦੇ ਦਰਸ਼ਨ ਹੋਏ, ਉਹਨਾਂ ਦੇ ਫੇਸਬੁੱਕਾਂ ਦੇ ਉਹਨਾਂ ਦੇ ਫੋਟੋਆਂ ਲਾਈਆਂ, ਚੜ੍ਹਦੀ ਕਲਾ ਵਾਲੇ ਗੁਰਸਿੱਖ ਦਮਾਲਿਆਂ ਵਾਲੇ। ਬੜਾ ਰੂਹ ਖੁਸ਼ ਹੋਇਆ ਭਾਈ ਸੰਗਤਾਂ ਦੇ ਦਰਸ਼ਨ ਕਰਕੇ। ਤੇ ਮਹਾਰਾਜ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਆ ਸਾਡਾ ਨਾਤਾ ਕਿਸੇ ਨਾਲ ਗੁਰਸਿੱਖੀ ਕਰਕੇ ਹੋ ਸਕਦਾ ਹੈ। ਦੁਨਿਆਵੀ ਨਾਤਾ ਮੇਰਾ ਨਾ ਕਿਸੇ ਨਾਲ ਹੈ ਵਾ, ਨਾ ਮੈਂ ਰੱਖੂੰਗਾ। ਗੁਰੂ ਕਿਰਪਾ ਕਰੇ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਆਪ ਜ਼ਰੂਰ ਸੰਯੋਗ ਦੇਣਾ। ਆਪ ਵੀ ਉਸ ਅੰਮ੍ਰਿਤ ਰਸ ਨਾਂ ਜਿਹੜਾ ਨਾਗੋ ਕੇ ਉਹਦੇ ਮੈਂਬਰ ਬਣੋ, ਤੇ ਗਾਂ ਵੀ ਹੋਰ ਵੀ ਜਿਹੜੇ ਤੁਹਾਡੇ ਸੰਪਰਕ 'ਚ ਆਉਂਦੇ ਨੇ ਉਹ ਬਣਾਓ, ਤਾਂ ਕਿ ਅਸੀਂ ਆਪਣੇ ਪੰਥ ਦੀ, ਗੁਰੂ ਦੀ, ਤੁਸੀਂ ਵੀ ਆਪਣਾ ਫਰਜ਼ ਨਿਭਾਓ, ਮੈਂ ਵੀ ਫਰਜ਼ ਨਿਭਾਊਂ। ਮੈਂ ਆਪਣਾ ਬੋਲ ਕੇ ਫਰਜ਼ ਨਿਭਾਊਂਗਾ, ਕਿਉਂਕਿ ਦਾਸ ਨੂੰ ਮਹਾਰਾਜ ਨੇ ਥੋੜ੍ਹਾ ਬਹੁਤਾ ਗਿਆਨ ਬਖਸ਼ਿਆ। 30 ਸਾਲ ਤੋਂ ਕੰਮ ਇਹ ਦਾਸ ਕਰਦਾ ਰਿਹਾ। ਮੈਂ ਚੈਨਲਾਂ 'ਤੇ ਆਉਣਾ ਨਹੀਂ ਸੀ ਚਾਹੁੰਦਾ, ਚਲੋ ਪਤਾ ਨਹੀਂ ਆ ਲੋਕਡਾਊਨ ਨੇ ਲੈ ਆਂਦਾ ਸਾਨੂੰ। ਉਹ ਜਿਹੜੇ ਸੰਗਤ ਸਾਡੇ ਕੋਲ ਇੱਥੇ ਆਉਂਦੀ ਸੀ, ਆਉਂਦੇ ਨਹੀਂ। ਅਸੀਂ ਇਹ ਕੰਮ ਸ਼ੁਰੂ ਕਰਤਾ, ਚਲੋ ਸੰਗਤਾਂ ਨੇ ਉਤਸ਼ਾਹ ਦਿਖਾ ਦਿੱਤਾ। ਸੰਗਤਾਂ ਸੁਣਦੀਆਂ ਭਾਈ, ਪਿਆਰ ਕਰਦੀਆਂ, ਤੇ ਮੇਰੇ ਤੋਂ ਵੱਧ ਸਿਆਣੇ ਤੁਸੀਂ ਸੁਣਨ ਵਾਲੇ ਹੋ। ਮੈਂ ਵੇਖਿਆ ਵਿੱਚ ਕਈ ਗੁਣੀ ਗਿਆਨੀ, ਢਾਡੀ, ਰਾਗੀ, ਉਹ ਵੀ ਸਾਡੇ ਮੈਂਬਰ ਬਣ ਗਏ ਨੇ। ਤੁਸੀਂ ਸਿਆਣੇ ਹੋ ਭਾਈ। ਤੇ ਦਾਸ ਨੂੰ ਜੋ ਮਹਾਰਾਜ ਨੇ ਸਮੱਧ ਬਖਸ਼ੀ, ਗੁਰੂ ਰਾਮਦਾਸ ਦੇ ਦਰ ਦੇ ਭਾਂਡੇ ਮਾਂਜਦੇ ਰਹੇ ਆ, ਉੱਥੇ ਝਾੜੂ ਫੇਰਦੇ ਰਹੇ ਆ, ਪਾਣੀ ਢੋਂਦੇ ਰਹੇ ਆ ਭਾਈ। ਹੁਣ ਤੇ ਚਲੋ ਦੂਰ ਚਲ ਗਏ ਦਰਬਾਰ ਸਾਹਿਬ ਤੋਂ, ਜਦੋਂ ਉੱਥੇ ਅਸੀਂ ਇਹ ਕੰਮ ਕਰਦੇ ਰਹੇ ਆ। ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਸੰਗਤਾਂ ਦੇ ਜੋੜੇ ਝਾੜਨ ਦਾ ਮੌਕਾ ਮਿਲਦਾ ਰਹੇ ਭਾਈ। ਭੁੱਲ ਚੁੱਕ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।